हेलो हेलो। हाँ जी, नमस्कार, राम राम, सत श्री अकाल जी। ਵੈਲਕਮ ਟੂ ਦੀ ਆਨਲਾਈਨ ਕਲਾਸ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਸੈਸ਼ਨ ਦੇ ਵਿੱਚ। ਇੱਕ ਵਾਰੀ ਕਨਫਰਮੇਸ਼ਨ ਦੇ ਦਿਓ ਵੀ ਆਡੀਓ ਵੀਡੀਓ ਕਲੀਅਰ ਹੈ। ਚਲੋ ਜੀ। ਸੋ ਲਾਸਟ ਸੈਸ਼ਨ ਦੇ ਵਿੱਚ ਆਪਾਂ ਇਕੋਸਿਸਟਮ ਸ਼ੁਰੂ ਕੀਤਾ ਸੀ ਤੇ ਉਹਦੇ ਵਿੱਚ ਆਪਾਂ ਡਿਸਕਸ਼ਨ ਕਰ ਲਈ ਸੀ ਇਕੋਸਿਸਟਮ ਦਾ ਸਟਰਕਚਰ ਕੀ ਹੁੰਦਾ ਹੈ, ਤੇ ਦੂਸਰਾ ਟੌਪਿਕ ਆਪਾਂ ਸ਼ੁਰੂ ਕੀਤਾ ਸੀ ਇਕੋਸਿਸਟਮ ਦਾ ਫੰਕਸ਼ਨ, ਹੈ ਨਾ। ਤਾਂ ਕੁਇਕਲੀ ਉਹਨੂੰ ਆਪਾਂ ਥੋੜਾ ਜਿਹਾ ਰੀਕੈਪ ਕਰਦੇ ਹਾਂ। ਅਗਰ ਉਹਦੇ ਵਿੱਚ ਕੋਈ ਡਾਊਟ ਹੈ ਤਾਂ ਪਹਿਲਾਂ ਕਲੀਅਰ ਕਰ ਲਓ, ਨਹੀਂ ਤਾਂ ਫਿਰ ਆਪਾਂ ਅੱਗੇ ਸ਼ੁਰੂ ਕਰਾਂਗੇ ਅੱਜ, ਹੈ ਨਾ, ਰੀਕੈਪ ਕਰਕੇ। ਬੋਲੋ ਵੀ ਅਗਰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਪਹਿਲਾਂ ਤੁਸੀਂ ਪੁੱਛ ਸਕਦੇ ਹੋ। ਚਲੋ, ਲਾਸਟ ਸੈਸ਼ਨ ਦੇ ਵਿੱਚ ਆਪਾਂ ਕੀ ਦੇਖਿਆ ਸੀਗਾ? ਸਟਰਕਚਰ ਆਫ ਇਕੋਸਿਸਟਮ। ਠੀਕ ਹੈ, ਤਾਂ ਸਟਰਕਚਰ ਦੇ ਵਿੱਚ ਆਪਾਂ 5 ਪੈਰਾਮੀਟਰਸ ਪੜ੍ਹੇ ਸੀ। ਇੱਕ ਆਪਾਂ ਪੜ੍ਹਿਆ ਸੀਗਾ ਜੀ ਸਪੀਸ਼ੀਜ਼ ਕੰਪੋਜੀਸ਼ਨ, ਕੀ ਪੜ੍ਹਿਆ ਸੀ ਜੀ ਸਪੀਸ਼ੀਜ਼ ਕੰਪੋਜੀਸ਼ਨ ਦੇ ਵਿੱਚ? ਇੱਕ ਤਾਂ ਆਈਡੈਂਟੀਫਿਕੇਸ਼ਨ ਆਫ ਸਪੀਸ਼ੀਜ਼, ਇੱਕ ਉਹਨਾਂ ਦਾ ਨੰਬਰ, ਦੈਟ ਇਜ਼ ਇਨਿਊਮਰੇਸ਼ਨ ਆਫ ਸਪੀਸ਼ੀਜ਼। ਠੀਕ ਹੈ, ਉਹਨਾਂ ਨੂੰ ਆਈਡੈਂਟੀਫਾਈ ਕਰਨਾ ਤੇ ਉਹਨਾਂ ਦਾ ਨੰਬਰ ਕਿੰਨਾ ਹੈ, ਭਾਵੇਂ ਉਹ ਪਲਾਂਟਸ ਨੇ ਭਾਵੇਂ ਉਹ ਐਨੀਮਲਸ ਨੇ, ਉਹ ਕਿਹਦੇ ਵਿੱਚ ਆਏਗਾ ਜੀ ਆਪਣੇ ਕੋਲ? ਸਪੀਸ਼ੀਜ਼ ਕੰਪੋਜੀਸ਼ਨ। ਦੂਸਰਾ ਆਪਾਂ ਪੜਿਆ ਸੀਗਾ ਸਟ੍ਰੈਟੀਫਿਕੇਸ਼ਨ। ਕੀ ਪੜਿਆ ਸੀ ਸਟ੍ਰੈਟੀਫਿਕੇਸ਼ਨ ਦੇ ਵਿੱਚ? ਵਰਟੀਕਲ ਡਿਸਟ੍ਰੀਬਿਊਸ਼ਨ ਆਫ ਆਰਗੈਨਿਜ਼ਮਸ, ਹੈ ਨਾ। ਤਾਂ ਕਿਸੇ ਵੀ ਇਕੋਸਿਸਟਮ ਦੇ ਵਿੱਚ ਜਦੋਂ ਵਰਟੀਕਲ ਡਿਸਟ੍ਰੀਬਿਊਸ਼ਨ ਹੁੰਦੀ ਹੈ ਆਰਗੈਨਿਜ਼ਮਸ ਦੀ, ਉਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਨੋਨ ਐਜ਼ ਸਟ੍ਰੈਟੀਫਿਕੇਸ਼ਨ। ਇੱਕ ਆਪਾਂ ਪੜਿਆ ਸੀ ਟ੍ਰੋਫਿਕ ਸਟਰਕਚਰ। ਠੀਕ ਹੈ, ਟ੍ਰੋਫਿਕ ਸਟਰਕਚਰ ਦੇ ਵਿੱਚ ਆਪਾਂ ਕੀ ਦੇਖਿਆ ਸੀਗਾ? ਆਪਣਾ ਇਕੋਸਿਸਟਮ ਦੇ ਵਿੱਚ ਫੂਡ ਚੇਨ ਤੇ ਫੂਡ ਵੈਬ ਦਾ ਕੰਸੈਪਟ ਕਿਵੇਂ ਚੱਲਦਾ ਹੁੰਦਾ ਹੈ ਨਾ। ਸੋ ਟ੍ਰੋਫਿਕ ਸਟਰਕਚਰ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਫੂਡ ਚੇਨ ਐਂਡ ਫੂਡ ਵੈਬ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਸਟੈਂਡਿੰਗ ਕਰੋਪ ਕੀ ਹੁੰਦੀ ਹੈ, ਤੇ ਲਾਸਟ ਆਪਾਂ ਦੇਖਿਆ ਸੀ ਸਟੈਂਡਿੰਗ ਸਟੇਟ ਕੀ ਹੁੰਦੀ ਹੈ। ਠੀਕ ਹੈ, ਸੋ ਸਟੈਂਡਿੰਗ ਕਰੋਪ ਐਂਡ ਸਟੈਂਡਿੰਗ ਸਟੇਟ। ਕਿਸੇ ਵੀ ਗਿਵਨ ਟਾਈਮ ਪੀਰੀਅਡ ਦੇ ਵਿੱਚ ਆਪਣੇ ਕੋਲ ਕਿਸੇ ਗਿਵਨ ਏਰੀਆ ਦੇ ਵਿੱਚ ਕਿੰਨਾ ਲਿਵਿੰਗ ਮੈਟਰ ਜਾਂ ਆਰਗੈਨਿਕ ਮੈਟਰ ਪਾਇਆ ਜਾਂਦਾ ਹੈ, ਬਾਇਓਮਾਸ ਪਾਇਆ ਜਾਂਦਾ ਹੈ, ਉਹਨੂੰ ਆਪਾਂ ਕੀ ਬੋਲਿਆ ਸੀ? ਦੈਟ ਇਜ਼ ਨੋਨ ਐਜ਼ ਸਟੈਂਡਿੰਗ ਕਰੋਪ। ਤੇ ਸਟੈਂਡਿੰਗ ਕਰੋਪ ਕਿਸੇ ਵੀ ਏਰੀਆ ਦਾ ਆਪਾਂ ਨੂੰ ਕੀ ਦਿੰਦਾ ਹੈ ਜੀ? ਪ੍ਰੋਡਕਟਿਵਿਟੀ। ਤੇ ਇਹ ਟਾਈਮ ਟੂ ਟਾਈਮ ਵੇਰੀ ਕਰਦਾ ਹੈ ਨਾ, ਕਿਉਂਕਿ ਕੁਝ ਕੰਜ਼ੰਪਸ਼ਨ ਵੀ ਹੁੰਦੀ ਹੈ ਉਸ ਕ੍ਰੌਪ ਮਟੀਰੀਅਲ ਦੇ ਵਿੱਚ, ਹੈ ਨਾ। ਤੇ ਸਟੈਂਡਿੰਗ ਸਟੇਟ ਦੀ ਗੱਲ ਕਰੀਏ, ਕਿਸੇ ਵੀ ਗਿਵਨ ਏਰੀਆ ਦੇ ਵਿੱਚ ਗਿਵਨ ਟਾਈਮ ਪੀਰੀਅਡ ਤੇ ਕਿੰਨੇ ਨਿਊਟ੍ਰੀਐਂਟ ਦੀ ਅਵੇਲੇਬਿਲਿਟੀ ਹੈ ਉਸ ਏਰੀਆ ਦੇ ਵਿੱਚ, ਉਹਨੂੰ ਆਪਾਂ ਕੀ ਬੋਲਦੇ ਹਾਂ? ਦੈਟ ਇਜ਼ ਨੋਨ ਐਜ਼ ਸਟੈਂਡਿੰਗ ਸਟੇਟ। ਯਾਨੀ ਨਾਨ ਲਿਵਿੰਗ ਮੈਟਰ ਦੇ ਨਾਲ ਕੰਸੀਡਰ ਕਰਕੇ ਚੱਲਾਂਗੇ ਇਹਨੂੰ ਆਪਾਂ। ਇਹ ਹਮੇਸ਼ਾ ਆਪਾਂ ਨੂੰ ਕੀ ਦੇਗਾ ਜੀ? ਕਿਸੇ ਵੀ ਇਕੋਸਿਸਟਮ ਦੇ ਵਿੱਚ ਨਿਊਟ੍ਰੀਐਂਟ ਦੀ ਅਵੇਲੇਬਿਲਿਟੀ। ਠੀਕ ਹੈ, ਤਾਂ ਇੱਥੇ ਤੱਕ ਆਪਾਂ ਕੱਲ ਪੜਿਆ ਸੀ। ਕੋਈ ਡਾਊਟ ਕਿਸੇ ਵੀ ਪ੍ਰਕਾਰ ਦਾ ਹੈ ਤਾਂ ਪੁੱਛੋ। ਕਲੀਅਰ ਹੈ ਵੀ ਇੱਥੇ ਤੱਕ? ਚਲੋ, ਫਿਰ ਆਪਾਂ ਸ਼ੁਰੂ ਕੀਤਾ ਸੀਗਾ ਜੀ ਫੰਕਸ਼ਨ ਆਫ ਇਕੋਸਿਸਟਮ।
ਤਾਂ ਫੰਕਸ਼ਨਸ ਦੇ ਵਿੱਚ ਆਪਾਂ ਕੀ ਪੜ੍ਹਨਾ ਹੁੰਦਾ ਹੈ ਜੀ, ਤੁਸੀਂ ਕਹੋਗੇ 4 ਪੈਰਾਮੀਟਰਸ ਕੰਸੀਡਰ ਹੁੰਦੇ ਆ ਇਹਦੇ ਵਿੱਚ ਆਪਣੇ। ਸਭ ਤੋਂ ਪਹਿਲਾ ਪੈਰਾਮੀਟਰ ਸੀਗਾ ਆਪਣੇ ਕੋਲ ਪ੍ਰੋਡਕਟਿਵਿਟੀ। ਠੀਕ ਹੈ ਜੀ, ਪ੍ਰੋਡਕਟਿਵਿਟੀ ਤੋਂ ਬਾਅਦ ਆਪਾਂ ਪੜਾਂਗੇ ਡੀਕੰਪੋਜੀਸ਼ਨ। ਤਾਂ ਅੱਜ ਦੇ ਲੈਕਚਰ ਦੇ ਵਿੱਚ ਦੋਨੋਂ ਖਤਮ ਕਰਾਂਗੇ, ਪ੍ਰੋਡਕਟਿਵਿਟੀ ਜਿੰਨਾ ਰਹਿ ਗਿਆ ਸੀ ਤੇ ਡੀਕੰਪੋਜੀਸ਼ਨ ਵਾਲਾ ਆਪਣੇ ਕੋਲ ਪੋਰਸ਼ਨ। ਠੀਕ ਹੈ, ਪ੍ਰੋਡਕਟਿਵਿਟੀ ਹੋ ਗਿਆ, ਡੀਕੰਪੋਜੀਸ਼ਨ ਹੋ ਗਿਆ, एनर्जी फ्लो ये भी कोशिश करांगे, शुरू करिए। ते लास्ट ते आपां पढ़ांगे जी न्यूट्रेंट साइकलिंग। ਜਿਹੜੇ ਨਿਊਟ੍ਰੀਐਂਟਸ ਆਪਣੇ ਕੋਲ ਸੋਇਲ ਤੋਂ ਪਲਾਂਟਸ ਦੇ ਵਿੱਚ ਆਏ ਹੈ, ਪਲਾਂਟਸ ਤੋਂ ਆਪਾਂ ਕਹਿੰਦੇ ਆ ਜੀ ਆਪਣੇ ਕੰਜ਼ਿਊਮਰਸ ਯਾਨੀ ਹਰਬੀਵੋਰ ਕੋਲ ਜਾਂਦੇ ਹੈ, ਹਰਬੀਵੋਰ ਤੋਂ ਆਪਣੇ ਕੋਲ ਕਾਰਨੀਵੋਰ ਚ ਜਾਂਦੇ ਹੈ, ਤੇ ਜਦੋਂ ਕਾਰਨੀਵੋਰ ਡੈਡ ਹੋ ਜਾਂਦਾ ਹੈ ਡੀਕੰਪੋਜ਼ਰਸ ਉਹਨੂੰ ਦੁਬਾਰਾ ਤੋਂ ਆਪਣੇ ਕੋਲ ਕੀ ਹੈ ਕਿਹਦੇ ਵਿੱਚ ਮਿਲਾ ਦਿੰਦੇ ਹੈ, ਆਪਣੀ ਸੋਇਲ ਦੇ ਵਿੱਚ। ਕਹਿੰਦੇ ਆ ਨਾ ਮਿੱਟੀ ਦੀ ਚੀਜ਼ ਜਿਹੜੀ ਹੈ ਉਹ ਮਿੱਟੀ ਦੇ ਵਿੱਚ ਹੀ ਮਿਲ ਜਾਣੀ ਹੈ, ਤਾਂ ਉਹੀ ਆਪਣੇ ਕੋਲ ਕੀ ਹੈ ਐਕਚੁਅਲ ਦੇ ਵਿੱਚ ਨਿਊਟ੍ਰੀਐਂਟ ਸਾਈਕਲਿੰਗ ਜਾਂ ਰੀਸਾਈਕਲਿੰਗ ਹੈ ਨਾ। ਤਾਂ ਆਹ ਚਾਰ ਚੀਜ਼ਾਂ ਆਪਾਂ ਪੜ੍ਹਨੀਆਂ ਹੈ ਆਪਣੇ ਈਕੋਸਿਸਟਮ ਦੇ ਫੰਕਸ਼ਨ ਦੇ ਵਿੱਚ। ਕੱਲ ਸ਼ੁਰੂ ਕੀਤਾ ਸੀ ਆਪਾਂ ਪ੍ਰੋਡਕਟਿਵਿਟੀ। ਸੋ ਕੀ ਪੜਿਆ ਸੀ ਪ੍ਰੋਡਕਟਿਵਿਟੀ ਦੇ ਵਿੱਚ? ਸਭ ਤੋਂ ਪਹਿਲਾਂ ਤਾਂ ਡੈਫੀਨੇਸ਼ਨ ਦਿਓ, ਪ੍ਰੋਡਕਟਿਵਿਟੀ ਦਾ ਮਤਲਬ ਕੀ ਹੁੰਦਾ ਹੈ। करो भी, आंसर करो, सारे ने आंसर जरूर करना है। व्हाट इज द मीनिंग ऑफ प्रोडक्टिविटी? करो भी करो, फटाफट आंसर करो। तो प्रोडक्टिविटी ਦੇ ਵਿੱਚ ਆਪਾਂ ਦੇਖਿਆ ਸੀਗਾ ਰੇਟ ਆਫ ਬਾਇਓਮਾਸ ਪ੍ਰੋਡਕਸ਼ਨ। ਇਹ ਜਿਹੜੀ ਪ੍ਰੋਡਕਟਿਵਿਟੀ ਹੈ ਇਹ ਆਪਣੇ ਕੋਲ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦਾ ਹੈ ਜੀ ਆਪਣੇ ਕੋਲ ਪ੍ਰਾਇਮਰੀ ਪ੍ਰੋਡਕਟਿਵਿਟੀ, ਇੱਕ ਹੁੰਦੀ ਹੈ ਜੀ ਆਪਣੇ ਕੋਲ ਸੈਕੰਡਰੀ ਪ੍ਰੋਡਕਟਿਵਿਟੀ। प्राइमरी प्रोडक्टिविटी एंड सेकेंडरी प्रोडक्टिविटी। प्राइमरी मतलब जेड़ा ऑर्गेनिक मैटर अपने प्रोड्यूसर्स दे विच एक्यूमुलेट हुंदा है, या आपां कहिए सन इज द अल्टीमेट सोर्स ऑफ एनर्जी। ਤਾਂ ਉਹ ਜਿਹੜੀਆਂ ਸੂਰਜ ਦੀ ਕਿਰਨਾਂ ਆਪਣੇ ਪਲਾਂਟ ਦੇ ਉੱਪਰ ਪੈਂਦੀਆਂ ਹੈ ਤੇ ਉਹਦੇ ਨਾਲ ਜਿਹੜਾ ਫੂਡ ਬਣਦਾ ਹੈ, ਤਾਂ ਅਲਟੀਮੇਟਲੀ ਕਿੰਨਾ ਲਿਵਿੰਗ ਮੈਟਰ ਐਕਿਊਮੂਲੇਟ ਹੁੰਦਾ ਹੈ, ਕਿੰਨਾ ਬਾਇਓਮਾਸ ਐਕਿਊਮੂਲੇਟ ਹੁੰਦਾ ਹੈ ਪ੍ਰੋਡਿਊਸਰ ਦੇ ਵਿੱਚ ਡਿਊਰਿੰਗ ਫੋਟੋਸਿੰਥੇਸਿਸ, ਹੈ ਨਾ। ਤਾਂ ਉਹਨੂੰ ਆਪਾਂ ਕੀ ਨਾਮ ਦਿੱਤਾ ਸੀਗਾ? ਤਾਂ ਤੁਸੀਂ ਕਹੋਗੇ ਜੀ ਨਾਮ ਦਿੱਤਾ ਸੀ ਦੈਟ ਇਜ਼ ਪ੍ਰਾਇਮਰੀ ਪ੍ਰੋਡਕਟਿਵਿਟੀ। ਠੀਕ ਹੈ, ਯੂਨਿਟ ਸਾਰਿਆਂ ਦੀਆਂ ਸੇਮ ਨੇ ਆਪਣੇ ਕੋਲ। ਅਗਰ ਯੂਨਿਟਸ ਕੰਸੀਡਰ ਕਰਕੇ ਚੱਲਾਂਗੇ ਤਾਂ ਯੂਨਿਟ ਸੇਮ ਨੇ। ਕੀ ਯੂਨਿਟਸ ਪੜ੍ਹੀਆਂ ਸੀ ਆਪਾਂ ਪ੍ਰੋਡਕਟਿਵਿਟੀ ਦੀਆਂ? ਕਿਸੇ ਗਿਵਨ ਏਰੀਆ ਦੇ ਵਿੱਚ ਕਿਸੇ ਗਿਵਨ ਟਾਈਮ ਪੀਰੀਅਡ ਤੇ ਕਿੰਨਾ ਬਾਇਓਮਾਸ ਬਣ ਰਿਹਾ ਹੈ ਨਾ। ਤਾਂ ਆਪਾਂ ਦੇਖਿਆ ਸੀ ਗ੍ਰਾਮ ਪਰ ਮੀਟਰ ਸਕੁਅਰ ਪਰ, ठीक है। सो ग्राम पर मीटर स्क्वायर पर ईयर अपने को की हुंदा है जी यूनिट्स हुंदियां है बायोमास दी। क्लीयर है जी इन्नी गल सानू। सैकेंडरी प्रोडक्टिविटी दे विच असीं की देखिया सीगा लिविंग मैटर कितना स्टोर्ड हुंदा है कंज्यूमर दे विच। या आपां कह सकते हां कंज्यूमर जदों अपने कोल हरबीवोर्स दी गल करिए, जदों प्लांट्स नूं कंज्यूम करदे है तां उहनां दे विच किन्ना अपने कोल बायोमास बणिया। इहनूं इदां लिखो, स्टोर्ड ना लिखो, इहनूं आपां इदां लिखांगे जदों कंज्यूमर्स ने
ਪ੍ਰੋਡਿਊਸਰਸ ਨੂੰ ਖਾਧਾ ਤਾਂ ਉਹਨਾਂ ਦੇ ਵਿੱਚ ਕਿੰਨਾ ਬਾਇਓਮਾਸ ਬਣਦਾ ਹੈ ਸੈਕੰਡ ਲੈਵਲ ਤੇ, ਹੈ ਨਾ। ਉਹ ਅਗਰ ਆਪਣਾ ਹਰਬੀਵੋਰ ਉਹਨੂੰ ਖਾਏਗਾ ਪਲਾਂਟਸ ਨੂੰ ਤਾਂ ਹਰਬੀਵੋਰ ਦੇ ਅੰਦਰ ਕਿੰਨਾ ਬਾਇਓਮਾਸ ਬਣੇਗਾ, ਹਰਬੀਵੋਰ ਨੂੰ ਕਾਰਨੀਵੋਰ ਖਾਏਗਾ ਉਹਦੇ ਅੰਦਰ ਕਿੰਨਾ ਬਾਇਓਮਾਸ ਬਣੇਗਾ, ਤਾਂ ਉਹਨੂੰ ਆਪਾਂ ਨਾਮ ਦੇਵਾਂਗੇ ਦੈਟ ਇਜ਼ ਨੋਨ ਐਸ ਸੈਕੰਡਰੀ ਪ੍ਰੋਡਕਟਿਵਿਟੀ, ਪ੍ਰੋਡਿਊਸ ਹੋਣਾ ਇਦਾਂ ਕਹਿ ਸਕਦੇ ਹਾਂ ਆਪਾਂ। ਚਲੋ, ਤੇ ਜਿਹੜੀ ਆਪਣੀ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ ਦੋ ਤਰ੍ਹਾਂ ਦੀ ਹੈ, ਅੱਜ ਇਹੀ ਡਿਸਕਸ ਕਰਨਾ ਹੈ ਆਪਾਂ। ਤਾਂ ਮੈਂ ਸਾਰਾ ਰਿਵਾਈਜ਼ ਕਰਵਾਤਾ ਕੱਲ ਵਾਲਾ ਸੈਸ਼ਨ। ਕਿਤੇ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਹੈ ਤਾਂ ਪਹਿਲਾਂ ਪੁੱਛ ਲਓ, ਫਿਰ ਆਪਾਂ ਅੱਗੇ ਚੱਲਦੇ ਹਾਂ। ਬੋਲੋ, ਕਿਸੇ ਵੀ ਪ੍ਰਕਾਰ ਦਾ ਕਿਤੇ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਹੈ ਪਹਿਲਾਂ ਇਹਨਾਂ ਪੁੱਛੋ, ਫਿਰ ਆਪਾਂ ਅੱਗੇ ਚੱਲਾਂਗੇ। ਤੇ ਜਿਹੜੀ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ ਉਹ ਆਪਣੇ ਕੋਲ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਕਿਹੜੀ? ਇੱਕ ਤੁਸੀਂ ਕਹੋਗੇ ਜੀ ਇੱਕ ਹੁੰਦਾ ਸਾਡਾ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ, ਠੀਕ ਹੈ। ਇੱਕ ਹੁੰਦੀ ਹੈ ਆਪਣੀ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ, ਇੱਕ ਹੁੰਦੀ ਹੈ ਆਪਣੀ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਬਿਲਕੁਲ ਸਿੰਪਲ ਹੈ। ਠੀਕ ਹੈ, ਗ੍ਰੋਸ ਐਂਡ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਹੁਣ ਕੀ ਮਤਲਬ ਕੀ ਹੈ ਇਹਦਾ, ਕੀ ਮਤਲਬ ਸਮਝਦੇ ਆਪਾਂ ਇਹਦੇ ਨਾਲ? ਤਾਂ ਤੁਸੀਂ ਕਹੋਗੇ, ਇਹਨੂੰ ਆਪਾਂ ਇੱਕ ਸਿੰਪਲ ਐਗਜ਼ਾਮਪਲ ਨਾਲ ਸਮਝਾਂਗੇ। ਸੁਪੋਜ਼ ਕਰ ਲਓ ਕਿਸੇ ਪਰਸਨ A ਦੀ ਸੈਲਰੀ ਹੈ 50,000, ਹੈ ਨਾ। ਆਪਾਂ ਕਹਿੰਦਾ ਜੀ ਜਿਹੜਾ ਪਰਸਨ A ਹੈ ਉਹਦੀ ਜਿਹੜੀ ਸੈਲਰੀ ਹੈ ਉਹ ਕਿੰਨੀ ਹੈ 50,000, ਲੇਕਿਨ ਉਸ ਸੈਲਰੀ ਦਾ ਜਿਹੜਾ 5% ਹੈ, ਚਲੋ ਸਿੰਪਲ ਕੈਲਕੂਲੇਸ਼ਨ ਕਰਨ ਲਈ ਆਪਾਂ ਲਿਖਦੇ ਹਾਂ 10%। ਇਸ ਬੰਦੇ ਦਾ 10% ਕੀ ਹੈ ਜੀ, ਪੀਐਫ ਚ ਚਲਾ ਜਾਂਦਾ ਹੈ ਨਾ। ਹੁਣ 10% ਜਦੋਂ ਪੀਐਫ ਦੇ ਵਿੱਚ ਗਿਆ ਤਾਂ 50,000 ਦਾ 10% ਕਿੰਨਾ ਹੁੰਦਾ ਹੈ ਜੀ? ਤੁਸੀਂ ਕਹੋਗੇ 5,000। 5,000 ਕੱਟਿਆ ਗਿਆ ਤੇ ਇਹ ਕੱਟ ਕੇ ਉਹਦੇ ਅਕਾਊਂਟ ਦੇ ਵਿੱਚ ਕਿੰਨਾ ਜਾਂ ਉਹਦੇ ਇਨ ਹੈਂਡ ਕਿੰਨਾ ਆਉਂਦਾ ਹੈ ਜੀ? ਆਪਾਂ ਕਵਾਂਗੇ 45,000। ਸੁਪੋਜ਼ ਕਰ ਲਓ, ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਹੇ ਹਾਂ। ਇੱਕ ਬੰਦੇ ਦੀ ਤਨਖਾਹ ਹੈਗੀ ਹੈ 50,000, ਹੈ ਨਾ, ਸੈਲਰੀ ਉਹਨੂੰ ਮਿਲਦੀ ਹੈ, ਲੇਕਿਨ ਕੱਟ ਕਟਾ ਕੇ ਉਹਨੂੰ ਕਿੰਨੀ ਮਿਲਦੀ ਹੈ ਜੀ? 45,000। ਆਪਾਂ ਸੁਣਿਆ ਹੋਇਆ ਨਾ ਵੀ ਕੋਈ ਇੱਕ ਬੰਦਾ ਹੈ ਗਵਰਨਮੈਂਟ EMPLOYE ਹੈ ਜਾਂ ਕੋਈ ਪ੍ਰਾਈਵੇਟ ਟਿਊਟਰ ਹੈ, ਜਾਂ ਆਪਾਂ ਗੱਲ ਕਰੀਏ ਕੋਈ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਟੀਚ ਕਰਦਾ ਹੈ, ਉਹਦੀ ਸੈਲਰੀ ਹੈ ਜੀ 50,000, ਲੇਕਿਨ ਕੰਪਨੀ ਵਾਲੇ ਉਹਦੇ ਜਿਹੜਾ ਪੀਐਫ ਹੈ 10% ਪੀਐਫ ਕੱਟ ਲੈਂਦੇ ਹੈ, ਹਨਾ। ਤਾਂ ਫਿਰ ਉਹਦੇ ਇਨ ਹੈਂਡ ਜਾਂ ਉਹਦੇ ਅਕਾਊਂਟ ਦੇ ਵਿੱਚ ਕਿੰਨੀ ਆਈ? ਤੁਸੀਂ ਕਹੋਗੇ ਜੀ 45,000। ਤਾਂ ਇੱਥੋਂ ਹੀ ਧਿਆਨ ਦੇ ਵਿੱਚ ਰੱਖਣਾ ਹੈ ਉਹਦੀ ਜਿਹੜੀ ਗ੍ਰੋਸ ਸੈਲਰੀ ਹੈ, ਗ੍ਰੋਸ ਇਨਕਮ ਜਾਂ ਗ੍ਰੋਸ ਸੈਲਰੀ, ਤੁਸੀਂ ਕਹੋਗੇ ਜੀ ਉਹ ਤਾਂ ਹੈ 50,000। ਡਿਡਕਸ਼ਨ ਕਿੰਨੀ ਹੋਈ ਹੈ ਉਹਦੀ ਸੈਲਰੀ ਦੇ ਵਿੱਚੋਂ? ਤੁਸੀਂ ਕਹੋਗੇ ਜੀ 5,000। ਆਫਟਰ ਡਿਡਕਸ਼ਨ ਕਿੰਨੀ ਸੈਲਰੀ ਉਹਦੇ ਕੋਲ ਆ ਰਹੀ ਹੈ? ਤੁਸੀਂ ਕਹੋਗੇ ਜੀ 45,000। ਤਾਂ ਮੈਂ ਕਹਿ ਸਕਦਾ ਹਾਂ ਉਹਦੀ ਨੈਟ ਸੈਲਰੀ ਕਿੰਨੀ ਹੋਗੀ? 45,000। ਠੀਕ ਹੈ, ਇੱਕ ਸਿੰਪਲ ਜਿਹਾ ਬੇਸਿਕ ਆਪਾਂ ਡੇਲੀ ਲਾਈਫ ਦੇ ਨਾਲ ਜੋ ਗੱਲਾਂ ਸੁਣਦੇ ਹਾਂ ਉਹਦੇ ਨਾਲ ਆਪਾਂ ਰਿਲੇਟ ਕੀਤਾ। ਸੇਮ ਕੰਮ ਤੁਹਾਡਾ ਇੱਥੇ ਹੋਏਗਾ। ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ, ਗ੍ਰੋਸ ਦਾ ਮਤਲਬ ਹੈ ਟੋਟਲ ਕਿੰਨਾ ਬਾਇਓਮਾਸ ਪ੍ਰੋਡਿਊਸ ਹੋ ਰਿਹਾ ਹੈ। ਇੱਥੇ ਲਿਖ ਸਕਦੇ ਹਾਂ ਟੋਟਲ ਬਾਇਓਮਾਸ ਪ੍ਰੋਡਿਊਸਡ। ਸੋ ਟੋਟਲ ਬਾਇਓਮਾਸ ਕਿੰਨਾ ਪ੍ਰੋਡਿਊਸ ਹੋਇਆ ਹੈ ਫੋਟੋਸਿੰਥੇਸਿਸ ਦੇ ਪ੍ਰੋਸੈਸ ਦੇ ਨਾਲ, ਯਾਨੀ ਆਪਾਂ ਕਹਿ ਸਕਦੇ ਹਾਂ ਕਿੰਨਾ ਫੂਡ ਬਣਿਆ ਹੈ ਆਪਣੇ ਪਲਾਂਟ ਦੇ ਵਿੱਚ ਟੋਟਲ, ਉਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ। ਠੀਕ ਹੈ, ਸੋ ਇਹਦਾ ਸ਼ਾਰਟ ਫਾਰਮ ਕੀ ਹੁੰਦੀ ਹੈ? GPP।
ठीक है। सो ग्रोस प्राइमरी प्रोडक्टिविटी टोटल अगर आप गल करांगे कितना बायोमास प्रोड्यूस किया गया है तो उन्होंने आप नाम देता ग्रोस प्राइमरी प्रोडक्टिविटी। हुण देखो ਆਪਾਂ ਖਾਣਾ ਖਾਣੇ ਹਾਂ, ਆਪਾਂ ਨੂੰ એનર્ਜੀ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਹੀ ਖਾਣਾ ਖਾਣੇ ਹਾਂ। ਤੁਸੀਂ ਸਾਹਮਣੇ ਬੈਠ ਕੇ ਲੈਕਚਰ ਦੇਖ ਰਹੇ ਹੋ, ਤੁਹਾਨੂੰ ਵੀ એનર્ਜੀ ਦੀ ਲੋੜ ਹੈਗੀ ਹੈ, ਤੁਸੀਂ ਵੀ ਆਪਦੀ ਦਾਣਾ ਪਾਣੀ ਖਾ ਪੀ ਕੇ ਬੈਠੇ ਹੋਵੋਗੇ, ਹੈ ਨਾ। ਉਸ ਤੋਂ ਬਾਅਦ ਸਾਨੂੰ ਅਸੀਂ ਪੜਾਉਣਾ ਹੈ ਤੁਹਾਨੂੰ, ਤਾਂ ਸਾਨੂੰ ਵੀ એનર્ਜੀ ਦੀ ਲੋੜ ਹੈ। ਤਾਂ ਯਾਨੀ ਬੇਸਿਕਲੀ ਹਰ ਇੱਕ ਐਕਟੀਵਿਟੀ ਨੂੰ ਪਰਫਾਰਮ ਕਰਨ ਵਾਸਤੇ ਸਾਨੂੰ ਕਿਹਦੀ ਰਿਕੁਆਇਰਮੈਂਟ ਹੁੰਦੀ ਹੈ? એનર્ਜੀ ਦੀ ਰਿਕੁਆਇਰਮੈਂਟ ਹੁੰਦੀ ਹੈ। ਤਾਂ ਫਿਰ ਜਿਹੜਾ ਤੁਸੀਂ ਟੋਟਲ ਜਿਹੜਾ ਫੂਡ ਬਣਿਆ ਹੈ ਜੀਪੀਪੀ, ਹੁਣ એનર્ਜੀ ਵਾਸਤੇ ਕੀ ਚਾਹੀਦਾ ਹੈ ਜੀ? ਪ੍ਰੋਸੈਸ ਹੁੰਦਾ ਹੈ ਆਪਣੇ ਕੋਲ ਰੈਸਪੀਰੇਸ਼ਨ। ਹੁਣ ਇਦਾਂ ਤਾਂ ਹੈ ਨਹੀਂ ਵੀ ਭਾਈ ਪਲਾਂਟ ਨੇ ਫੂਡ ਬਣਾ ਲਿਆ ਤੇ ਉਹਨੇ ਫੂਡ ਅੱਗੇ ਹਰਬੀਵੋਰ ਨੂੰ ਪਾਸ ਕਰਤਾ। ਕੀ ਪਲਾਂਟ ਨੂੰ એનર્ਜੀ ਦੀ ਰਿਕੁਆਇਰਮੈਂਟ ਨਹੀਂ ਹੈਗੀ? ਤੁਸੀਂ ਕਹੋਗੇ ਬਿਲਕੁਲ ਹੈਗੀ ਹੈ। ਸੋ ਅਗਰ ਉਸ ਰੈਸਪੀਰੇਸ਼ਨ ਲੋਸ, ਕਿਉਂਕਿ ਰੈਸਪੀਰੇਸ਼ਨ ਦੇ ਵਿੱਚ એનર્ਜੀ ਲੋਸਟ ਹੁੰਦੀ ਹੈ ਹਨਾ, ਤਾਂ ਆਪਾਂ ਕਹਿ ਦਾਂਗੇ ਜੀਪੀਪੀ ਦੇ ਵਿੱਚੋਂ ਅਗਰ ਤੁਸੀਂ ਰੈਸਪੀਰੇਸ਼ਨ ਲੋਸ ਮਾਈਨਸ ਕਰ ਦੋਗੇ, ਦਿਖ ਰਿਹਾ ਜੀ? ਇੱਕ ਮਿੰਟ ਮੈਂ ਨਾ ਆਪਦੇ ਆਪ ਨੂੰ ਹਾਈਡ ਕਰਦਾ ਫਿਰ ਦਿਖੇਗਾ। ਲਓ, ਤਾਂ ਅਗਰ ਆਪਾਂ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ ਦੇ ਵਿੱਚੋਂ ਰੈਸਪੀਰੇਸ਼ਨ ਲੋਸ ਮਾਈਨਸ ਕਰ ਦਿੰਨੇ ਹਾਂ ਤਾਂ ਫਿਰ ਆਪਣੇ ਕੋਲ ਜਿਹੜਾ ਰਿਜ਼ਲਟੈਂਟ ਨਿਕਲ ਕੇ ਆਏਗਾ ਉਹ ਕੀ ਹੋਏਗਾ? ਐਨਪੀਪੀ, ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਤਾਂ ਮੈਂ ਅਗਲੇ ਪੇਜ ਤੇ ਤੁਹਾਨੂੰ ਪ੍ਰੋਪਰ ਲਿਖ ਦਿੰਦਾ ਹਾਂ। ਸੋ ਆਪਣੇ ਕੋਲ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ ਕੀ ਹੁੰਦੀ ਹੈ? ਤਾਂ ਤੁਸੀਂ ਕਹੋਗੇ ਆਪਣੇ ਕੋਲ ਰੈਸਪੀਰੇਸ਼ਨ ਲੋਸ प्लस सारा कुछ ਇਹਦੇ ਵਿੱਚ ਆ ਜਾਂਦਾ ਹੈ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ, ਹੈ ਨਾ। ਇੱਕ ਆਪਾਂ ਇਹ ਇਕੁਏਸ਼ਨ ਲਿਖ ਸਕਦੇ ਹਾਂ। ਅਗਰ ਗ੍ਰੋਸ ਪੁੱਛਿਆ ਜਾਵੇ ਤਾਂ ਆ ਦੋਨੋਂ ਇਹਦੇ ਵਿੱਚ ਇਨਕਲੂਡ ਹੋਣਗੇ। ਅਗਰ ਤੁਹਾਨੂੰ ਕਿਹਾ ਜਾਵੇ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ ਕੀ ਹੁੰਦੀ ਹੈ, ਮੈਂ ਸਿੱਧਾ ਲਿਖ ਦੇਣਾ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਇਹ ਕਿਹਦੇ ਇਕੁਅਲ ਬਣ ਜਾਏਗਾ? ਫਿਰ ਨੈਟ ਨੂੰ ਇੱਧਰ ਰਹਿਣ ਦਿਓ, ਰੈਸਪੀਰੇਸ਼ਨ ਲੋਸ ਨੂੰ ਇਹਦੇ ਨਾਲ ਮਾਈਨਸ ਕਰ ਦਿਓ। ਸੋ gross primary productivity minus respiratory losses, ਠੀਕ ਹੈ। ਤਾਂ ਜਦੋਂ ਆਪਾਂ ਗ੍ਰੋਸ ਦੇ ਵਿੱਚੋਂ ਰੈਸਪੀਰੇਟਰੀ ਲੌਸਸ ਮਾਈਨਸ ਕਰ ਦਾਂਗੇ, ਵੀ ਜਿੰਨੀ ਵੀ એનર્ਜੀ ਕੰਜ਼ਿਊਮ ਹੋਈ ਤਾਂ ਬਚੀ ਕਿੰਨੀ ਆਪਣੇ ਕੋਲ, ਕਿੰਨੀ ਪ੍ਰੋਡਕਟਿਵਿਟੀ ਬਚੀ, ਉਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਨੋਨ ਐਸ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ, ਠੀਕ ਹੈ। ਸੋ ਸਿੰਪਲ ਜੀ ਭਾਸ਼ਾ ਦੇ ਵਿੱਚ ਤੁਸੀਂ ਇਦਾਂ ਕੰਸੀਡਰ ਕਰ ਸਕਦੇ ਹੋ NPP is equals to ਸੋ ਆਪਣੇ ਕੋਲ NPP ਕੀ ਹੁੰਦਾ ਹੈ ਜੀ? GPP ਮਾਈਨਸ ਰੈਸਪੀਰੇਟਰੀ ਲੌਸਸ। ਤਾਂ ਆਹ ਇਕੁਏਸ਼ਨ ਨੂੰ ਧਿਆਨ ਦੇ ਵਿੱਚ ਰੱਖਿਓ, ਬਹੁਤ 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 ਇੰਪੋਰਟੈਂਟ ਹੈ, ਠੀਕ ਹੈ। ਸੋ ਇਹ ਹੈ ਜੀ ਤੁਹਾਡੇ ਕੋਲ ਪ੍ਰਾਇਮਰੀ ਪ੍ਰੋਡਕਟਿਵਿਟੀ। ਯੂਨਿਟਸ ਉਹੀ ਹੋਣਗੀਆਂ ਭਾਵੇਂ ਆਪਾਂ ਗੱਲ ਕਰੀਏ ਗ੍ਰਾਮ ਪਰ ਮੀਟਰ ਸਕੁਅਰ ਪਰ ਈਅਰ। ਅਗਰ ਕੈਲੋਰੀਜ਼ ਦੀ ਗੱਲ ਕਰਨੀ ਹੈ ਤਾਂ ਕਿਲੋ ਕੈਲੋਰੀਜ਼ ਪਰ ਮੀਟਰ ਸਕੁਅਰ ਪਰ ਈਅਰ, ਠੀਕ ਹੈ। ਸੋ ਇਹ ਹੈ ਤੁਹਾਡਾ ਪ੍ਰਾਇਮਰੀ ਪ੍ਰੋਡਕਟਿਵਿਟੀ ਦਾ, ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ ਤੇ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਇਹਦੇ ਬੇਸ ਤੇ ਨਾ ਲਾਸਟ ਤੇ ਕੁਐਸਚਨ ਕਰਾਵਾਂਗਾ ਤੁਹਾਨੂੰ, ਬਹੁਤ ਇੰਪੋਰਟੈਂਟ ਹੈ, ਸਾਰਾ ਕੁਝ ਕਲੀਅਰ ਹੋ ਜਾਏਗਾ। क्लियर है भाई? कोई डाउट, कोई दिक्कत, कोई परेशानी है इत्थे तक?
हाँ जी, फरमाइए, कोई डाउट है तो यहाँ तक? चलो, ਤਾਂ ਹੁਣ ਅਗਰ ਤੁਹਾਡੇ ਕੋਲੋਂ ਕੁਝ ਕੁਐਸਚਨ ਪੁੱਛੇ ਜਾਣ, ਫੈਕਟਰ ਕਿਹੜੇ ਹੁੰਦੇ ਹੈ ਜੋ ਆਪਣੇ ਪ੍ਰੋਡਕਟਿਵਿਟੀ ਨੂੰ ਜਾਂ ਪ੍ਰਾਇਮਰੀ ਪ੍ਰੋਡਕਟਿਵਿਟੀ ਨੂੰ ਇਨਫਲੂਐਂਸ ਕਰਦੇ ਹੈ? ਸੋ ਫੈਕਟਰ ਅਫੈਕਟਿੰਗ ਪ੍ਰਾਇਮਰੀ ਪ੍ਰੋਡਕਟਿਵਿਟੀ। ਸੋ ਫੈਕਟਰ ਅਫੈਕਟਿੰਗ ਪ੍ਰਾਇਮਰੀ ਪ੍ਰੋਡਕਟਿਵਿਟੀ, ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ, ਪਹਿਲਾ ਜਿਹੜਾ ਇੰਪੋਰਟੈਂਟ ਫੈਕਟਰ ਹੈ ਸੋਲਰ ਰੇਡੀਏਸ਼ਨ। ਹੁਣ ਤੁਸੀਂ ਕਹੋਗੇ ਸਰ ਬਿਲਕੁਲ ਸੋਲਰ ਰੇਡੀਏਸ਼ਨ ਤੇ ਡਿਪੈਂਡ ਕਰਦੀ ਹੈ। ਆਪਾਂ ਦੇਖੀਏ ਜਿਹੜੇ ਆਪਣੇ ਕੋਲ ਟ੍ਰੋਪੀਕਲ ਰੇਨ ਫੋਰੈਸਟ ਹੁੰਦੇ ਹੈ ਨਾ, ਟ੍ਰੋਪੀਕਲ ਰੇਨ ਫੋਰੈਸਟ ਦਾ ਮਤਲਬ ਇੱਕ ਤਾਂ ਸਨਲਾਈਟ ਪ੍ਰੋਪਰ ਹੈ, ਬਾਰਿਸ਼ ਪ੍ਰੋਪਰ ਪਏਗੀ, ਜਿਹਦੇ ਕਰਕੇ ਆਪਾਂ ਕਹਿੰਦੇ ਆ ਜੀ ਉੱਥੇ ਜਿਹੜੀ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ, ਰੇਟ ਆਫ ਬਾਇਓਮਾਸ ਪ੍ਰੋਡਕਸ਼ਨ, ਰੇਟ ਆਫ ਬਾਇਓਮਾਸ ਐਕਿਊਮੂਲੇਸ਼ਨ ਇਨ ਦਾ ਪ੍ਰੋਡਿਊਸਰਸ, ਉਹ ਮੈਕਸਿਮਮ ਹੋਏਗਾ। ਦੂਜੇ ਪਾਸੇ ਜੇ ਆਪਾਂ ਚੱਲੀਏ ਐਂਟਾਰਕਟਿਕ ਜਾਂ ਆਰਕਟਿਕ ਰੀਜਨ ਦੇ ਵਿੱਚ, ਉੱਥੇ ਅਗਰ ਆਪਾਂ ਗੱਲ ਕਰਾਂਗੇ, ਉੱਥੇ ਆਪਣੇ ਕੋਲ ਕੀ ਹੈ ਜੀ, ਬਾਇਓਮਾਸ ਪ੍ਰੋਡਕਸ਼ਨ ਦਾ ਰੇਟ ਬਹੁਤ ਘੱਟ ਹੋਏਗਾ, ਹੈ ਨਾ, ਕਿਉਂਕਿ ਸੋਲਰ ਰੇਡੀਏਸ਼ਨਸ ਬਹੁਤ ਘੱਟ ਹੁੰਦੀਆਂ ਹੈ ਉੱਥੇ। ਸੋ ਸੋਲਰ ਰੇਡੀਏਸ਼ਨ ਜਿੰਨੀਆਂ ਜ਼ਿਆਦਾ, ਉਨੀ ਜ਼ਿਆਦਾ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੋਏਗਾ, ਪ੍ਰਾਇਮਰੀ ਪ੍ਰੋਡਕਟਿਵਿਟੀ ਜ਼ਿਆਦਾ ਹੋਏਗੀ। ਕਲੀਅਰ ਹੋਇਆ? ਦੂਸਰੀ ਗੱਲ ਕਰੀਏ ਆਪਾਂ ਟੈਂਪਰੇਚਰ ਦੀ। ਹੈ ਨਾ, ਟੈਂਪਰੇਟ ਏਰੀਆਜ਼ ਨੇ ਜਿਹੜੇ, ਉੱਥੇ ਆਪਾਂ ਨੂੰ ਘੱਟ ਪ੍ਰੋਡਕਟਿਵਿਟੀ ਦੇਖਣ ਨੂੰ ਮਿਲੇਗੀ ਐਸ ਕੰਪੇਅਰ ਟੂ ਦਾ ਟ੍ਰੋਪੀਕਲ ਫੋਰੈਸਟ। ਸੇਮ ਉਹੀ ਗੱਲ ਜਿਵੇਂ ਸੋਲਰ ਰੇਡੀਏਸ਼ਨ ਦੀ ਗੱਲ ਕੀਤੀ ਆਪਾਂ। ਥਰਡ ਹੈ ਆਪਣੇ ਕੋਲ ਮੋਇਸਚਰ, ਰੇਨ ਹਿਊਮਿਡਿਟੀ ਦੀ ਗੱਲ ਕੀਤੀ ਜਾਂਦੀ ਹੈ ਇੱਥੇ। ਅਗਰ ਕਿਸੇ ਏਰੀਆ ਦੇ ਵਿੱਚ ਰੇਨ ਪ੍ਰੋਪਰ ਹੋਏਗੀ, ਸੋਲਰ ਰੇਡੀਏਸ਼ਨਸ ਪ੍ਰੋਪਰ ਹੋਣਗਾ, ਟੈਂਪਰੇਚਰ ਪ੍ਰੋਪਰ ਹੋਏਗਾ, ਤਾਂ ਡੈਫੀਨਿਟਲੀ ਉੱਥੇ ਪ੍ਰੋਡਕਟਿਵਿਟੀ ਕੀ ਹੋਏਗੀ, ਹਾਇਰ ਸਾਈਡ ਤੇ ਹੋਏਗੀ। ਅਗਰ ਜਿੱਥੇ ਆਪਣੇ ਕੋਲ ਰੇਨ ਹੀ ਘੱਟ ਹੋਏਗੀ, ਜਿਵੇਂ ਆਪਾਂ ਡੈਜ਼ਰਟ ਏਰੀਆ ਦੀ ਗੱਲ ਕਰੀਏ, ਤਾਂ ਡੈਜ਼ਰਟ ਏਰੀਆ ਦੇ ਵਿੱਚ ਪਾਣੀ ਪਹਿਲਾਂ ਹੀ ਘੱਟ ਹੁੰਦਾ ਹੈ ਤੇ ਬਾਰਿਸ਼ ਵੀ ਘੱਟ ਹੁੰਦੀ ਹੈ ਨਾ, ਤਾਂ ਅਲਟੀਮੇਟਲੀ ਉੱਥੇ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਬਹੁਤ ਜ਼ਿਆਦਾ ਘੱਟ ਹੋਏਗੀ ਐਸ ਕੰਪੇਅਰ ਟੂ ਦਾ ਪ੍ਰੋਡਕਟਿਵਿਟੀ ਆਫ ਪ੍ਰਾਇਮਰੀ ਪ੍ਰੋਡਕਟਿਵਿਟੀ ਆਫ ਫੋਰੈਸਟ। ਚਲੋ ਜੀ ਅੱਗੇ, ਨਿਊਟ੍ਰੀਐਂਟ ਦੀ ਅਵੇਲੇਬਿਲਿਟੀ। ਜਿੰਨੇ ਜ਼ਿਆਦਾ ਉਸ ਗਿਵਨ ਇਕੋਸਿਸਟਮ ਦੇ ਵਿੱਚ ਨਿਊਟ੍ਰੀਐਂਟਸ ਹੋਣਗੇ, ਅਲਟੀਮੇਟਲੀ ਪ੍ਰੋਡਕਟਿਵਿਟੀ ਜ਼ਿਆਦਾ ਹੋਏਗੀ। ਨਿਊਟ੍ਰੀਐਂਟਸ ਘੱਟ ਹੋਣਗੇ, ਪ੍ਰੋਡਕਟਿਵਿਟੀ ਘੱਟ ਹੋਏਗੀ। ਠੀਕ ਹੈ, ਤੇ ਅਗਲਾ ਆਪਾਂ ਦੇਖਾਂਗੇ ਐਫੀਸ਼ੀਐਂਸੀ, ਫੋਟੋਸਿੰਥੈਟਿਕ ਐਫੀਸ਼ੀਐਂਸੀ। ਆ ਬਹੁਤ ਇੰਪੋਰਟੈਂਟ ਹੈ। ਕਈ ਪਲਾਂਟਸ ਹੁੰਦੇ ਆ ਜੀ, ਉਹਨਾਂ ਨੂੰ ਸਨਲਾਈਟ ਵੀ ਪ੍ਰੋਪਰ ਮਿਲ ਰਹੀ ਹੁੰਦੀ ਹੈ, ਲੇਕਿਨ ਪੂਰੀ ਤਰ੍ਹਾਂ ਫੋਟੋਸਿੰਥੇਸਿਸ ਕਰ ਨਹੀਂ ਪਾਉਂਦੇ। ਕਈ ਪਲਾਂਟਸ ਇਹੋ ਜਿਹੇ ਹੁੰਦੇ ਆ, ਘੱਟ ਲਾਈਟ ਵੀ ਮਿਲਦੀ ਹੈ, ਫਿਰ ਵੀ ਫੋਟੋਸਿੰਥੇਸਿਸ ਕਰ ਜਾਂਦੇ ਹਨ। ਯਾਨੀ ਫੋਟੋਸਿੰਥੈਟਿਕ ਐਫੀਸ਼ੀਐਂਸੀ ਆਫ ਦਾ ਪਲਾਂਟਸ, ਜਿਵੇਂ ਆਪਾਂ ਸ਼ੂਗਰ ਕੇਨ ਦੀ ਗੱਲ ਕਰੀਏ, ਬਹੁਤ ਜ਼ਿਆਦਾ ਹਾਈਲੀ ਐਫੀਸ਼ੀਐਂਟ ਹੈ, ਫੋਟੋਸਿੰਥੈਟਿਕ ਐਫੀਸ਼ੀਐਂਟ ਪਲਾਂਟ, ਹੈ ਨਾ। ਤਾਂ ਇਹ ਕੁਝ ਫੈਕਟਰਸ ਹੁੰਦੇ ਹੈ ਜਿਨ੍ਹਾਂ ਤੇ ਆਪਣੀ ਜਿਹੜੀ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ ਉਹ ਡਿਪੈਂਡ ਕਰਦੀ ਹੈ। ਬੋਲੋ, ਬਾਤ ਕਲੀਅਰ ਹੋਈ? ਚਲੋ, ਇੱਥੇ ਤੁਹਾਡਾ ਜਿਹੜਾ ਪ੍ਰੋਡਕਟਿਵਿਟੀ ਹੈ ਫਸਟ ਟੌਪਿਕ ਆਪਣੇ ਕੋਲ ਫੰਕਸ਼ਨ ਖਤਮ ਹੋ ਗਿਆ। ਠੀਕ ਹੈ ਜੀ, ਸੋ ਆਹ ਰਿਹਾ ਤੁਹਾਡਾ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ। ਡੈਫੀਨੇਸ਼ਨ ਲਿਖਣੀ ਹੈ ਤਾਂ ਲਿਖ ਸਕਦੇ ਹੋ। It is the rate of production of organic matter during photosynthesis. A considerable amount of GPP is used by plants for respiration. ਤਾਂ definitely plant ਨੂੰ grow ਕਰਨ ਵਾਸਤੇ એનર્ਜੀ ਦੀ ਰਿਕੁਆਇਰਮੈਂਟ ਹੈ, ਤਾਂ ਟੋਟਲ ਕਿੰਨੀ ਬਣੇਗੀ એનર્ਜੀ? GPP। ਉਹਦੇ ਵਿੱਚ ਜਿਹੜੇ ਰੈਸਪੀਰੇਟਰੀ ਲਾਸਸ ਹੈ ਜਦੋਂ ਮਾਈਨਸ ਕਰਾਂਗੇ, ਉਹ ਆਪਣੇ ਕੋਲ ਕੀ ਆ ਜਾਏਗਾ? ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। It is the available biomass for the consumption to heterotroph। ਕਿੰਨੀ ਅਵੇਲੇਬਲ ਤਨਖਾਹ ਸੀਗੀ ਇੱਕ ਹਿਊਮਨ ਕੋਲ ਯੂਜ਼ ਕਰਨ ਲਈ, ਹੈ ਨਾ, ਉਸ A ਨਾਮ ਦੇ EMPLOYE ਕੋਲ, ਤਾਂ ਤੁਸੀਂ ਕਹੋਗੇ 45,000। ਟੋਟਲ ਕਿੰਨੀ ਸੀਗੀ? 50,000। ਤਾਂ ਸੁਪੋਜ਼ ਕਰ ਲਓ ਮੈਂ ਕਹਤਾ ਜੀ, ਹੈ ਨਾ, ਐਗਜ਼ਾਮਪਲਸ ਬਹੁਤ ਨੇ, ਜਿਵੇਂ ਮਰਜ਼ੀ ਰਿਲੇਟ ਕਰ ਲਓ,
बस आनियां चाहिए। मैं कहता जी कोई प्लांट है जिन्हें टोटल जीपीपी कितनी बनाई, ग्रोस प्राइमरी प्रोडक्टिविटी, तुसी कहोगे जी 50,000 किलो जाउल एनर्जी बनाई, है ना, फोटोसिंथेसिस होया तो एनर्जी इन्नी बनी। मैं कहा जी प्लांट ਨੂੰ એનર્ਜੀ ਦੀ ਨੀਡ ਸੀਗੀ ਤਾਂ ਰੈਸਪੀਰੇਸ਼ਨ ਕਿੰਨਾ ਹੋਇਆ ਜਾਂ ਰੈਸਪੀਰੇਟਰੀ ਲਾਸਸ ਕਿੰਨੇ ਹੋਏ। मैं कहता जी 5000 किलो जाउल एनर्जी ਉਹਨੇ यूज कर ली। ਲਓ ਜੀ ਬਚਿਆ ਕਿੰਨਾ, ਰਿਮੇਨਿੰਗ ਨੈਟ ਕਿੰਨਾ। ਹੁਣ ਹੀਟਰੋਟ੍ਰੋਫ ਨੇ ਉਹਨੂੰ ਖਾਣਾ ਹੈ, ਇੱਕ ਡੀਅਰ ਉਹਨੇ ਪਲਾਂਟ ਨੂੰ ਖਾਏਗਾ। ਹੁਣ ਪਲਾਂਟ ਵਾਸਤੇ ਕਿੰਨਾ ਅਵੇਲੇਬਲ ਹੈ, ਤੁਸੀਂ ਕਹੋਗੇ ਜੀ 45,000। ਆਹੀ ਤਾਂ ਕੀ ਹੈ ਜੀ ਆਪਣੇ ਕੋਲ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। आई होप ਤੁਹਾਨੂੰ ਇਹ ਗੱਲ ਹੁਣ ਕਲੀਅਰ ਹੋ ਗਈ ਹੋਣੀ। प्रोडक्टिविटी ठीक है। सो इदां दे आपां कंसैप्ट याद रखने हुंदे है नैट ते ग्रोथ प्राइमरी प्रोडक्टिविटी। ठीक है जी। सो नेक्स्ट है योर सेकेंडरी प्रोडक्टिविटी। इट इज अ रेट ऑफ फॉर्मेशन ऑफ न्यू ऑर्गेनिक मैटर बाय कंज्यूमर। कल मैं एग्जांपल दी थी खरगोश है ना, ये खरगोश ग्रासिस वगैरह या कैरेट वगैरह खा के अपना वेट वधा रहा है, तो किहदे आएगा सेकेंडरी प्रोडक्टिविटी। सो रेट ऑफ formation of new organic matter by the consumer, that is known as secondary productivity. And primary productivity varies in different ecosystem because it depends upon the plant species inhabiting an area। ठीक है, environmental factor, temperature, rainfall, है ना, availability of nutrients and photosynthetic efficiency या capacity of plants। बोलो भी gives a thumbs up if ਤੁਹਾਨੂੰ ਇਹ ਗੱਲ clear ਹੋ ਚੁੱਕੀ ਹੈ ਤਾਂ। फिर आप शुरू करांगे अपने को अनदर टॉपिक दैट इज डीकंपोजिशन। उस तो पहले एक छोटी जी गल ध्यान दे विच रखो, एनुअल नेट प्राइमरी प्रोडक्टिविटी होल बायोस्फीयर दी कितनी हुंदी है जी 170 बिलियन टन। तो आप की कंसीडर करांगे ड्राई वेट। होल बायोस्फीयर दी अगर आप एनुअल गल करते हाँ तो कितनी हुंदी है 170 बिलियन टन। लेकिन ऑफ दिस डिस्पाइट ऑक्यूपाइंग 70% ऑफ द सरफेस the productivity of the ocean is only 55 tons। तो देखो ओशियंस की गल करांगे तो होल ऑफ द बायोस्फीयर सिर्फ ते सिर्फ 70% पार्ट कवर करने के बावजूद भी सिर्फ 55 टन है इन्हां दी एनुअल प्रोडक्शन, है ना। आह एक पैरामीटर तुसीं ध्यान दे विच रखना। चलो सो प्रोडक्टिविटी खत्म हो गया। कोई डाउट कोई दिक्कत है तो पूछो। बोलो भी क्लियर है। चलो तो करते हैं फिर शुरू आप सेकंड फंक्शन दैट इज डीकंपोजिशन। तो सेकंड फंक्शन है जी अपने को डीकंपोजिशन। पहले आप लिखांगे फिर देखांगे अपनी पीडीएफ में।
देखो ਡੀਕੰਪੋਜੀਸ਼ਨ ਦਾ ਮਤਲਬ ਕੀ ਹੁੰਦਾ ਹੈ ਜੀ, ਇਹ ਇੱਕ ਪ੍ਰੋਸੈਸ ਹੈ ਨਾ। ਡੀਕੰਪੋਜੀਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਹੁੰਦਾ ਕੀ ਹੈ, ਜਿਹੜਾ ਆਪਣੇ ਕੋਲ ਕੰਪਲੈਕਸ ਆਰਗੈਨਿਕ ਮੈਟਰ ਹੁੰਦਾ ਉਹਨੂੰ ਡੀਕੰਪੋਜ਼ ਕੀਤਾ ਜਾਂਦਾ ਹੈ। ਡੀਕੰਪੋਜ਼ ਦਾ ਮਤਲਬ ਤੋੜਿਆ ਜਾਂਦਾ ਹੈ ਨਾ। ਜਿਹੜਾ ਕੰਪਲੈਕਸ ਆਰਗੈਨਿਕ ਮੈਟਰ ਹੈ ਇਹਨੂੰ ਕੀ ਕੀਤਾ ਜਾਂਦਾ ਹੈ, ਡੀਕੰਪੋਜ਼। ਕਿਹਦੇ ਵਿੱਚ, ਇਨਆਰਗੈਨਿਕ ਮਟੀਰੀਅਲ ਦੇ ਵਿੱਚ। ਪ੍ਰੋਪਰ ਡੈਫੀਨੇਸ਼ਨ ਲਿਖਣਾ ਹੁਣੇ ਮੈਂ, ਹੈ ਨਾ। ਤੇ ਉਹ ਇਨਆਰਗੈਨਿਕ ਮਟੀਰੀਅਲ ਦੇ ਵਿੱਚ ਉਹਨੂੰ ਕਨਵਰਟ ਕਰਨ ਦਾ ਕੰਮ ਕੌਣ ਕਰਦਾ ਹੈ, ਆਪਣੇ ਕੁਝ ਆਰਗੈਨਿਜ਼ਮ ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ ਡੀਕੰਪੋਜ਼ਰਸ। ਬਹੁਤ ਇੰਪੋਰਟੈਂਟ ਹੈ। ਡੀਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਕੰਪਲੈਕਸ ਆਰਗੈਨਿਕ ਮੈਟਰ ਹੈ ਉਹਨੂੰ ਡੀਕੰਪੋਜ਼ ਕੀਤਾ ਜਾਂਦਾ ਹੈ ਛੋਟੇ-ਛੋਟੇ ਟੁਕੜਿਆਂ ਦੇ ਵਿੱਚ, ਇਨਆਰਗੈਨਿਕ ਮਟੀਰੀਅਲ ਦੇ ਵਿੱਚ, ਹੈ ਨਾ। ਤੇ ਉਹਨੂੰ ਤੋੜਨ ਦਾ ਕੰਮ ਫਿਜ਼ੀਕਲ ਤੇ ਮਕੈਨੀਕਲ ਬ੍ਰੇਕਡਾਊਨ, ਫਿਜ਼ੀਕਲ ਕੈਮੀਕਲ ਸਾਰਾ ਕੁਝ ਬ੍ਰੇਕਡਾਊਨ ਹੁੰਦੀ ਹੈ ਉਹਦੀ, ਠੀਕ ਹੈ। ਤਾਂ ਉਹ ਕੰਪਲੈਕਸ ਆਰਗੈਨਿਕ ਮੈਟਰ ਕਿਹਦੇ ਵਿੱਚ ਹੋ ਜਾਂਦਾ ਹੈ, ਇਨਆਰਗੈਨਿਕ ਮਟੀਰੀਅਲ ਦੇ ਵਿੱਚ, ਵਿਦ ਦਾ ਹੈਲਪ ਆਫ ਡੀਕੰਪੋਜ਼ਰਸ। ਉਹਨੂੰ ਆਪਾਂ ਕੀ ਨਾਮ ਦੇ ਦਿੰਦੇ ਹਾਂ, ਦੈਟ ਇਜ਼ ਨੋਨ ਐਸ ਡੀਕੰਪੋਜੀਸ਼ਨ, ਠੀਕ ਹੈ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਡੀਕੰਪੋਜੀਸ਼ਨ। ਤਾਂ ਦੇਖੋ ਇਹਦੀ ਡੈਫੀਨੇਸ਼ਨ ਕੀ ਰਹੇਗੀ ਆਪਣੇ ਕੋਲ, ਦ ਪ੍ਰੋਸੈਸ ਆਫ ਬ੍ਰੇਕਡਾਊਨ ਆਫ the process of breakdown of, ਤੇ breakdown ਉਹ physical ਵੀ ਹੋ ਸਕਦੀ ਹੈ ਤੁਹਾਡੀ ਤੇ chemical ਵੀ ਹੋ ਸਕਦੀ ਹੈ, ਠੀਕ ਹੈ। so the process of breakdown of organic matter with the help of decomposers, ਉਹਨੂੰ ਆਪਾਂ ਕੀ ਬੋਲਾਂਗੇ, that is known as decomposition। ਠੀਕ ਹੈ। ਸੋ ਉਹ ਜਿਹੜਾ ਇਨਆਰਗੈਨਿਕ ਮੈਟਰ ਹੋਏਗਾ ਉਹ ਕਿਹੜਾ ਹੋਏਗਾ, ਪਤਾ ਹੈ ਆਪਾਂ ਨੂੰ। ਆਰਗੈਨਿਕ ਦਾ ਮਤਲਬ ਜਿਹਦੇ ਵਿੱਚ ਕਾਰਬਨ ਹੁੰਦਾ ਹੈ, ਇਨਆਰਗੈਨਿਕ ਜਿਹਦੇ ਵਿੱਚ ਕਾਰਬਨ ਨਹੀਂ ਹੁੰਦਾ, ਹੈ ਨਾ। ਜਿਵੇਂ ਆਪਾਂ ਗੱਲ ਕਰੀਏ ਕਾਰਬਨ ਡਾਈਆਕਸਾਈਡ, ਆਪਾਂ ਗੱਲ ਕਰੀਏ ਵਾਟਰ ਹੋ ਗਿਆ, ਨਿਊਟ੍ਰੀਐਂਟਸ ਹੋ ਗਏ, ਠੀਕ ਹੈ। ਸੋ ਇਹਦੇ ਵਿੱਚ ਡੀਕੰਪੋਜ਼ਰਸ ਕੀ ਕਰਦੇ ਹਨ, ਡੀਕੰਪੋਜ਼ਰਸ ਦੇ ਵਿੱਚ ਆਪਾਂ ਫੰਗਸ ਵੀ ਲਿਖ ਸਕਦੇ ਹਾਂ, ਫੰਗਸ ਹੈ ਨਾ, ਫੰਜੀ ਹੋ ਗਈ ਆਪਣੀ, ਬੈਕਟੀਰੀਆ ਹੋ ਗਿਆ। ਇਹ ਆਰਗੈਨਿਕ ਮੈਟਰ ਨੂੰ ਡੀਕੰਪੋਜ਼ ਕਰਦੇ ਹੈ ਤੇ ਅਲਟੀਮੇਟਲੀ ਇਨਆਰਗੈਨਿਕ ਨਿਊਟ੍ਰੀਐਂਟਸ ਦੇ ਵਿੱਚ ਉਹਨੂੰ ਕਨਵਰਟ ਕਰ ਦਿੱਤਾ ਜਾਂਦਾ ਹੈ। ਇਹਨੂੰ ਹੀ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਨੋਨ ਐਸ ਡੀਕੰਪੋਜੀਸ਼ਨ, ਹੈ ਨਾ। ਤਾਂ ਅਗਰ ਆਪਾਂ ਇੱਥੇ ਸਪੈਸੀਫਿਕਲੀ ਦੇਖੀਏ ਨਾ, ਵੀ ਜਦੋਂ ਆਪਾਂ ਕਹਿੰਦੇ ਆ ਜੀ ਆਪਣੇ ਜਿਹੜੇ ਪਲਾਂਟਸ ਹੁੰਦੇ ਹੈ ਉਹਨਾਂ ਪਲਾਂਟਸ ਦਾ, ਜਿਹੜੇ ਪਲਾਂਟਸ ਹੈ ਉਹਨਾਂ ਦਾ ਜਿਹੜਾ ਡੈਡ ਆਰਗੈਨਿਕ ਰਿਮੇਨਸ ਹੁੰਦੇ ਹੈ ਨਾ, ਭਾਵੇਂ ਉਹ ਆਪਾਂ ਪਲਾਂਟਸ ਦੀ ਗੱਲ ਕਰੀਏ ਭਾਵੇਂ ਐਨੀਮਲਸ ਦੀ ਗੱਲ ਕਰੀਏ, ਤਾਂ ਉਹਨੂੰ ਆਪਾਂ ਕੀ ਨਾਮ ਦਿੰਦੇ ਹਾਂ, ਦੈਟ ਇਜ਼ ਨੋਨ ਐਸ ਡੈਟ੍ਰਿਟਸ। ਠੀਕ ਹੈ। ਤਾਂ ਉਹ ਜਿਹੜਾ ਡੈਡ ਆਰਗੈਨਿਕ ਮੈਟਰ ਹੁੰਦਾ ਹੈ ਉਹਨੂੰ ਕੀ ਨਾਮ ਦਿੱਤਾ ਜਾਂਦਾ ਹੈ, ਡੈਟ੍ਰਿਟਸ। ਠੀਕ ਹੈ। ਡੈਡ ਆਰਗੈਨਿਕ ਮੈਟਰ, ਉਹ ਡੈਡ ਆਰਗੈਨਿਕ ਮੈਟਰ ਪਲਾਂਟਸ ਦਾ ਵੀ ਕੁਝ ਹੋ ਸਕਦਾ ਹੈ, ਐਨੀਮਲਸ ਦਾ ਵੀ ਹੋ ਸਕਦਾ ਹੈ, ਐਂਡ ਈਵਨ ਆਪਾਂ ਗੱਲ ਕਰੀਏ ਜਿਹੜਾ ਫੀਕਲ ਮੈਟਰ ਹੁੰਦਾ ਹੈ ਉਹਨੂੰ ਆਪਾਂ ਕਿਹਦੇ ਵਿੱਚ ਇਨਕਲੂਡ ਕਰਾਂਗੇ, ਡੈਟ੍ਰਿਟਸ, ਹੈ ਨਾ। ਤੇ ਜਦੋਂ ਗੱਲ ਆਏਗੀ ਡੀਕੰਪੋਜੀਸ਼ਨ ਦੀ ਤਾਂ ਤੁਹਾਨੂੰ ਇੱਕ ਗੱਲ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ, ਡੀਕੰਪੋਜੀਸ਼ਨ ਦਾ ਐਕਚੁਅਲ ਦੇ ਵਿੱਚ ਆਪਣੇ ਕੋਲ ਰਿਜ਼ਲਟ ਕੀ ਹੋਏਗਾ।
अगर मैं कमा रिजल्ट ऑफ डीकंपोजिशन, एक ਤਾਂ ਆਪਾਂ ਕਵਾਂਗੇ ਜੀ ਹਿਊਮਸ ਤੇ ਮਿਨਰल्स। ठीक है, तो आह एग्जैक्टली अपने कोल की हुंदा है डीकंपोजिशन का रिजल्ट होंदा है। पर डीकंपोजिशन सिंपल प्रोसेस नहीं हैगा कि तो तुसीं सोचो कि सिंपल प्रोसेस है। तो डीकंपोजिशन ਨੂੰ ਪੜਨ ਵਾਸਤੇ ਆਪਾਂ ਨੂੰ 5 ਸਟੈਪ ਪੜਨੇ ਪੈਂਦੇ ਹੈ ਜੋ ਬਹੁਤ ਇੰਪੋਰਟੈਂਟ ਹੈ। ਉਹਨਾਂ ਦੀ ਸੀਕੁਐਂਸ ਯਾਦ ਰੱਖ ਲੋਗੇ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਏਗਾ। ਚਲੋ ਮੈਂ ਸੀਕੁਐਂਸ ਲਿਖਦਾ ਹਾਂ। steps of decomposition। तो कोई दस सकता है डीकंपोजिशन के 5 स्टेप किहड़े-किहड़े हुंदे है? बोलो बोलो। ਜਦੋਂ ਵੀ ਆਪਾਂ ਡੀਕੰਪੋਜੀਸ਼ਨ ਕਰਵਾਨੀ ਹੈ ਤਾਂ ਡੀਕੰਪੋਜੀਸ਼ਨ ਦੇ ਆਪਣੇ ਸਟੈਪ ਕਿਹੜੇ-ਕਿਹੜੇ ਹੋ ਸਕਦੇ ਹੈ फटाफट कमेंट बॉक्स ਦੇ ਵਿੱਚ ਮੈਂਸ਼ਨ ਕਰੋ। हिंट दे रहे हैं 1 मिनट। हाँ जी, ऑडियो वीडियो क्लियर है? एक बार कंफर्मेशन दियो। हाँ जी, एक बार कंफर्मेशन दे दो भी ऑडियो वीडियो क्लियर है। चलो तो डीकंपोजिशन ਦੇ ਆਪਣੇ ਕੋਲ ਸਟੈਪਸ ਹੁੰਦੇ ਹੈ। ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਫ੍ਰੈਗਮੈਂਟੇਸ਼ਨ। ਤੁਹਾਨੂੰ ਮੈਂ ਸੀਕੁਐਂਸ ਯਾਦ ਰੱਖਣ ਦੀ ਟ੍ਰਿਕ ਦੱਸਾਂਗਾ ਕੀ ਹੁੰਦੀ ਹੈ ਟ੍ਰਿਕ ਆਪਣੇ ਕੋਲ। ਸੈਕੰਡ ਸਟੈਪ ਹੁੰਦਾ ਹੈ ਲੀਚਿੰਗ। ਥਰਡ ਸਟੈਪ ਹੁੰਦਾ ਹੈ ਕੈਟਾਬੋਲਿਜ਼ਮ। फोर्थ स्टेप ਹੁੰਦਾ है ह्यूमिफिकेशन। ਤੇ ਲਾਸਟ ਸਟੈਪ ਹੁੰਦਾ ਹੈ ਆਪਣੇ ਕੋਲ ਮਿਨਰਲਾਈਜੇਸ਼ਨ। ठीक है, सो डीकंपोजिशन ਦੇ ਕੁਝ ਸਟੈਪਸ ਹੁੰਦੇ ਹੈ ਫ੍ਰੈਗਮੈਂਟੇਸ਼ਨ, ਲੀਚਿੰਗ, ਕੈਟਾਬੋਲਿਜ਼ਮ, ਹਿਊਮਿਫਿਕੇਸ਼ਨ ਐਂਡ ਮਿਨਰਲਾਈਜੇਸ਼ਨ। ਹੁਣ ਇਹਨੂੰ ਯਾਦ ਕਰਨਾ ਹੈ ਆਪਾਂ ਤੇ ਆਹ ਜਿਹੜੇ ਤਿੰਨੋਂ ਸਟੈਪ ਨੇ ਨਾ ਪਹਿਲਾਂ ਇਕੱਠੇ ਹੁੰਦੇ ਆ, सिंक्रोनाइज मैनर ਦੇ ਨਾਲ ਕੰਮ ਕਰਦੇ ਹੈ। ठीक है, हालांकि फ्रैगमेंटेशन तो बाद आना कैटाबोलिज्म चाहिए है, उस तो बाद लीचिंग आएगा, लेकिन अपनी एनसीईआरटी जिवें मेंशन करती है ਆਪਾਂ ਤਾਂ ਉਹਨੇ ਲਿਖਣਾ ਹੈ। ਤਾਂ ਹੁਣ ਇਹਨੂੰ ਯਾਦ ਕਿਵੇਂ ਕਰਾਂਗੇ ਆਪਾਂ? ਤਾਂ ਤੁਸੀਂ ਕਹੋਗੇ ਕਿਤੇ ਨਾ ਮੇਲਾ ਲੱਗਿਆ ਹੈ ਨਾ, ਤੁਸੀਂ ਇੱਕ ਵਾਰੀ ਮੇਲਾ ਵੇਖਿਆ ਹੈ। ਕੋਈ ਵੀ ਮੇਲਾ ਲੱਗਿਆ ਹੈ ਜਿਵੇਂ ਕਹਿੰਦਾ ਨਾ ਆਪਾਂ ਝੂਲੇ ਆਂਦੇ ਆ, ਘੁਮਾਵਦਾਰ ਝੂਲੇ ਆਂਦੇ ਆ, ਮੇਲੇ ਦੇ ਵਿੱਚ ਸਟਾਲਸ ਲੱਗਦੀਆਂ ਹੈ ਨਾ, ਤੁਸੀਂ ਕਿਤੇ ਮੇਲਾ ਦੇਖ ਕੇ ਆਏ ਹੋ ਤੇ ਤੁਸੀਂ ਆਪਦੇ ਘਰਦਿਆਂ ਨੂੰ ਫਿਰ ਕਹਿ ਰਹੇ ਹੋ ਵੀ ਸਾਨੂੰ ਮੇਲਾ ਦੁਬਾਰਾ ਦਿਖਾ ਕੇ ਲਿਆਓ। ਹੈ ਨਾ, ਤੁਹਾਨੂੰ ਮੇਲਾ ਬਹੁਤ ਪਸੰਦ ਆਇਆ, ਤੁਸੀਂ ਘਰੇ ਆਏ ਤੇ ਤੁਸੀਂ ਉਹਦੇ ਬਾਰੇ ਹੀ ਸੋਚ ਰਹੇ ਹੋ 2-3 ਦਿਨਾਂ ਦੇ ਤੇ ਆਪਦੇ ਘਰਦਿਆਂ ਨੂੰ ਕਹਿ ਰਹੇ ਹੋ ਵੀ ਸਾਨੂੰ ਮੇਲਾ ਦੁਬਾਰਾ ਦਿਖਾਓ। ਹੈ ਨਾ, ਤਾਂ ਤੁਸੀਂ ਉੱਥੋਂ ਟ੍ਰਿਕ ਯਾਦ ਕਰ ਸਕਦੇ ਹੋ। फिर लेके चलो हमें मेले, है ना, तो देखो फिर लेके चलो हमें मेले।
ਤਾਂ ਫ੍ਰੈਗਮੈਂਟੇਸ਼ਨ, ਲੀਚਿੰਗ, कैटाबॉलिज्म। आ देखो F तो फ्रैगमेंटेशन, L तो लीचिंग, C तो कैटाबॉलिज्म, H तो ह्यूमिफिकेशन, M तो मिनरलाइजेशन। सब तो पहला शुरू करन तो पहला ਤੁਹਾਡੇ ਕੋਲੋਂ ਦੋ ਚੀਜ਼ਾਂ ਮੈਂ ਪੁੱਛਾਂਗਾ ਕੀ ਹੁੰਦੀਆਂ ਹੈ, ਤੁਸੀਂ ਆਨਸਰ ਸਾਰਿਆਂ ਨੇ ਕਰਨਾ ਹੈ। ठीक है, तो करो। एक मैं लिखांगा फ्रैगमेंटेशन की हुंदा है, एक अपने कोल कैटाबॉलिज्म की हुंदा। फ्रैगमेंटेशन की हुंदा है ते कैटाबॉलिज्म की हुंदा है। ठीक है, ये आंसर करना है, तुसी सोचो 2 मिनट 1 मिनट की वेट करियो, पानी पी ला मैं। ठीक है, बोलो भी फ्रैगमेंटेशन ते लीचिंग दा मतलब की हुंदा है। लीचिंग की सॉरी कैटाबॉलिज्म। तो तुसी कहोगे जी बिल्कुल सिंपल है, फ्रैगमेंटेशन का मतलब हुंदा है फ्रैगमेंट्स दे विच कन्वर्ट करना, है ना। लार्जर ऑर्गेनिक मैटर नू स्मॉलर ऑर्गेनिक मैटर दे विच, यानी लार्जर फ्रैगमेंट्स जिहड़ियां हुंदियां है ऑर्गेनिक मैटर दियां, उन्हां नू छोटे छोटे फ्रैगमेंट्स दे विच कन्वर्ट करना, दैट प्रोसेस इज नोन एज फ्रैगमेंटेशन। सिंपल छोटे छोटे टुकड़ियां दे विच तोड़ना। आह वड्डी चीज सीगी अपने कोल, इनू आपां छोटे छोटे टुकड़ियां दे विच तोड़ना, इनू आपां की बोलांगे, दैट इज फ्रैगमेंटेशन। कैटाबॉलिज्म की हुंदा है, देखो ध्यान दे नाल, बहुत इंपॉर्टेंट है। फ्रैगमेंटेशन दा फिजिकल ब्रेकडाउन हो सकती है, लेकिन जदों किसी भी ऑर्गेनिक मैटर की कैमिकल ब्रेकडाउन करांगे उन्होंने आपां की बोलांगे, दैट इज कैटाबॉलिज्म। ठीक है, हुण देखो इत्थे आपां गल करिए, आपां मेटाबॉलिज्म पढ़िया होया है। मेटाबॉलिज्म मतलब की हुंदा है सेट ऑफ ऑल द केमिकल रिएक्शन अकरिंग इनसाइड अ लिविंग ऑर्गेनिज्म, उन्होंने आपां मेटाबॉलिज्म बोलते हैं। सो मेटाबॉलिज्म के दो पार्ट होंगे है, एक होंदा है एनाबॉलिज्म, एक होंदा है जी कैटाबॉलिज्म, यही होंगे है। एनाबॉलिज्म कंस्ट्रक्टिव पाथवे, कैटाबॉलिज्म डिस्ट्रक्टिव पाथवे। तो यानी सिंपल जी अगर आप इत्थे गल करांगे, जदों कोई छोटी चीज जुड़ जुड़ के वड्डी चीज बनाएगी उन्होंने आपां बोलांगे एनाबॉलिज्म। कैमिकली सारा काम हो रहा है, जदों कोई वड्डी चीज नू कैमिकली आपां छोटी चीज दे विच कन्वर्ट करांगे, लाइक सुपोज कर लो अपने कोल प्रोटीन है,
प्रोटीन की आप ब्रेकडाउन करनी है, केमिकल ब्रेकडाउन, ठीक है। प्रोटीन की केमिकल ब्रेकडाउन करनी है तो अल्टीमेटली अपने को की है जी की निकल के आएगा रिजल्ट ਉਹਦਾ अमाइनो एसिड्स, क्योंकि भाई अमाइनो एसिड ਨੂੰ जोड़ के ही ਤੁਸੀਂ प्रोटीन बनाओगे तो अल्टीमेटली जो प्रोटीन ਨੂੰ ਤੋੜੋਗੇ ਕੀ ਬਣੇਗਾ ਜੀ अमाइनो एसिड्स ਬਣਨਗੇ। ਤਾਂ ਕੈਮੀਕਲ ਬ੍ਰੇਕਡਾਊਨ ਹੁੰਦੀ ਹੈ ਜਦੋਂ ਵੀ ਗੱਲ ਕਰਾਂਗੇ ਕੈਟਾਬੋਲਿਜ਼ਮ ਦੀ, ਠੀਕ ਹੈ। ਤਾਂ ਹੁਣ ਆਪਾਂ 1 ਬਾय 1 ਹਰ ਇੱਕ ਪ੍ਰੋਸੈਸ ਨੂੰ ਡਿਸਕਸ ਕਰਾਂਗੇ। ਕੀ ਹੁੰਦਾ ਹੈ ਆਪਣੇ ਕੋਲ, ਸਭ ਤੋਂ ਪਹਿਲਾਂ ਦੇਖਾਂਗੇ ਫ੍ਰੈਗਮੈਂਟੇਸ਼ਨ। है ना, फ्रैगमेंटेशन तो अपन पता चल गया भी फ्रैगमेंटेशन की हुंदा है जेड़ा लार्ज ऑर्गेनिक मैटर हुंदा है, वैसे दस ही दिता, सिंपल करके होर दस रहा हाँ, जेड़ा लार्ज ऑर्गेनिक मैटर हुंदा अपने कोल ओनू स्मॉलर फ्रैगमेंट्स दे विच तोड़िया जांदा है। ਇਹ ਜਿਹੜੀਆਂ ਲਾਰਜ ਫ੍ਰੈਗਮੈਂਟਸ ਨੇ ਆਪਣੇ ਕੋਲ, ਇਹਨੂੰ ਛੋਟੀਆਂ ਫ੍ਰੈਗਮੈਂਟਸ ਦੇ ਵਿੱਚ ਤੋੜਨ ਲਈ ਕੌਣ ਕੰਮ ਕਰੇਗਾ। ਹੁਣ ਦੇਖੋ ਇੱਥੇ ਇੱਕ ਧਿਆਨ ਰੱਖਣਾ ਹੈ, ਆਪਾਂ ਕੰਸੀਡਰ ਕੀ ਕਰਕੇ ਚੱਲ ਰਹੇ ਹਾਂ, ਡੈਟਰੀਟਸ। ਡੈਟਰੀਟਸ ਨੂੰ ਡੀਕੰਪੋਜ਼ ਕਰਨਾ ਹੈ। ਮੰਨ ਕੇ ਚੱਲੋ ਕੋਈ ਜੰਗਲ ਦੇ ਵਿੱਚ ਪੇੜ ਡਿੱਗ ਪਿਆ ਹੈ ਨਾ, ਕੋਈ ਪੱਤੀਆਂ ਡਿੱਗ ਪਈਆਂ ਆਪਣੇ ਖੇਤਾਂ ਦੇ ਵਿੱਚ, ਤਾਂ ਹੁਣ ਉਹ ਕੀ ਹੋ ਗਿਆ ਜੀ, ਆਪਣੇ ਕੋਲ ਇੱਕ ਡੈਟਰੀਟਸ ਹੋ ਗਿਆ, ਡੈਡ ਆਰਗੈਨਿਕ ਰਿਮੇਨ ਹੋ ਗਿਆ। ਤਾਂ ਉਹਨਾਂ ਦੀ ਕੀ ਕਰਵਾਣੀ ਹੈ ਜੀ, ਸਭ ਤੋਂ ਪਹਿਲਾਂ ਆਪਾਂ ਫ੍ਰੈਗਮੈਂਟੇਸ਼ਨ ਕਰਵਾਣੀ, यानी लार्ज ऑर्गेनिक मैटर ਜਿਹੜੀਆਂ लार्ज फ्रैगमेंट्स है, क्या हो रहा है एक ਜਿਹੜੀਆਂ ਆਪਣੇ ਕੋਲ ਲਾਰਜ ਫ੍ਰੈਗਮੈਂਟਸ ਨੇ ਹੈ ਨਾ, ਉਹਨਾਂ ਨੂੰ ਸਮਾਲਰ ਫ੍ਰੈਗਮੈਂਟਸ ਦੇ ਵਿੱਚ ਕਨਵਰਟ ਕਰਨੀਆਂ ਹੈ, ਕਿਹਦੀਆਂ, ਡੈਟਰੀਟਸ ਦੀਆਂ। ਕੌਣ ਕਰੇਗਾ, ਤੁਸੀਂ ਕਹੋਗੇ ਜੀ ਡੈਟਰੀਵੋਰਸ ਕਰਨਗੇ। ਇਹੋ ਜਿਹੇ ਆਰਗੈਨਿਜ਼ਮਸ ਜੋ ਡੈਟਰੀਟਸ ਨੂੰ ਵੱਡੇ ਵੱਡੇ ਫ੍ਰੈਗਮੈਂਟਸ ਨੂੰ ਛੋਟੇ ਛੋਟੇ ਫ੍ਰੈਗਮੈਂਟਸ ਦੇ ਵਿੱਚ ਕਨਵਰਟ ਕਰਦੇ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਉਹਨਾਂ ਆਰਗੈਨਿਜ਼ਮਸ ਨੂੰ, ਦੈਟ ਇਜ਼ ਡੈਟਰੀਵੋਰਸ, है ना। तुसी लैके चल सकते हो, थोड़ी जिहड़ी अर्थवॉर्म्स है डैटरीवोर्स हुंदे है, टर्माइट्स हो गई है ना, वो की ने, डैटरीवोर्स ने। आपां कहंदे ना अपने ਲੱਕੜ वाले गेटां दे विच सिਉਂਕ लग जाती है, तो सिਉਂक एक्चुअल दे विच की है, डैटरीवोर है, जो लार्ज फ्रैगमेंट नूं किहदे विच कन्वर्ट करती है, स्मॉलर। आपां कहंदे ना चूरा बन गया, पाउडरी फॉर्म दे विच कन्वर्ट हो गया, तो उही काम की ने करना है जी, अपने डैटरीवोर ने करना है। तो उस प्रोसेस ਨੂੰ ਆਪਾਂ ਕੀ ਨਾਮ ਦੇਵਾਂਗੇ, दैट इज नोन एज फ्रैगमेंटेशन, ठीक है। तो ਇਹਨਾਂ ਦੇ ਵਿੱਚ ਆਪਣੇ ਨਾ ਕਈ ਇੰਪੋਰਟੈਂਟ ਗੱਲਾਂ ਹੁੰਦੀਆਂ ਹੈ, ਵੀ ਜਿਹੜਾ ਡੈਟਰੀਵੋਰ ਹੈ ਉਹ ਡੈਟਰੀਟਸ ਨੂੰ ਪਹਿਲਾਂ ਕਰਦਾ ਕੀ ਹੈ, ਆਪਦੇ ਡਾਈਜੈਸਟਿਵ ਸਿਸਟਮ ਦੇ ਅੰਦਰ ਲੈ ਕੇ ਛੋਟੇ ਛੋਟੇ ਪੀਸਿਸ ਦੇ ਵਿੱਚ ਯਾਨੀ ਚੂਰੇ ਦੇ ਵਿੱਚ ਕਨਵਰਟ ਕਰ ਦਿੰਦਾ ਹੈ, ਠੀਕ ਹੈ। ਹੁਣ ਦੇਖੋ ਡਾਈਜੈਸਟਿਵ ਸਿਸਟਮ ਦੇ ਵਿੱਚ ਛੋਟੇ ਛੋਟੇ ਪੀਸਿਸ ਜਾਂ ਚੂਰੇ ਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਕਨਵਰਟ ਕਰ ਲਿਆ, ਤੇ ਆਪਦੇ ਟਿਸ਼ੂਜ਼ ਦੇ ਵਿੱਚ ਫਿਰ ਉਹ ਕੀ ਕਰ ਲੇਗਾ, ਜਮਾ ਕਰ ਲੇਗਾ, ਹੈ ਨਾ। ਤਾਂ ਇਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਜ਼ ਫ੍ਰੈਗਮੈਂਟੇਸ਼ਨ। ਬੋਲੋ ਵੀ क्लियर है। चलो कई बार थानू शब्द लिखा होया मिलेगा पल्वराइजेशन, आइयो जो पाउडर बनाता है ना वो तोड़ के लार्जर फ्रैगमेंट्स ने, डैटरीवोर्स, उन्होंने ही आप बोलते हैं, दैट इज पल्वराइजेशन। क्लियर हो गया। चलो तो सैकेंड स्टैप है अपने को लीचिंग का। ਤੇ ਥਰਡ ਮੈਂ ਨਾਲ ਹੀ ਕਰਾਵਾਂਗਾ, ਦੈਟ ਇਜ਼ ਕੈਟਾਬੋਲਿਜ਼ਮ। ਹੁਣ ਦੇਖੋ ਇੱਥੇ ਨਾ ਇੱਕ ਸਿੰਪਲ ਜੀ ਤੁਸੀਂ ਐਗਜ਼ਾਮਪਲ ਆਪਾਂ ਕਾਮਨ ਸੈਂਸ ਲਗਾਣੀ ਹੈ, ਲਾਰਜਰ ਜਿਹੜੀ ਆਪਣੇ ਫ੍ਰੈਗਮੈਂਟ ਸੀਗੀਆਂ ਫਿਜ਼ੀਕਲੀ ਉਹਨੂੰ ਛੋਟੀਆਂ ਫ੍ਰੈਗਮੈਂਟ ਦੇ ਵਿੱਚ ਕਨਵਰਟ ਕਰਤਾ ਡੈਟਰੀਵੋਰਸ ਨੇ, ਹਨਾ। ਹੁਣ ਉਸ ਜਿਹੜਾ ਆਪਣੇ ਕੋਲ ਛੋਟੀਆਂ ਫ੍ਰੈਗਮੈਂਟਸ ਹੈਗੀਆਂ ਹੈ ਉਹਨੂੰ ਕੈਮੀਕਲੀ ਤੋੜਿਆ ਜਾਏਗਾ,
ਕੈਮੀਕਲ ਬ੍ਰੇਕਡਾਊਨ ਆਫ ਫ੍ਰੈਗਮੈਂਟਸ, ਜਾਂ ਆਪਾਂ ਲਿਖ ਸਕਦੇ ਹਾਂ ਡੈਟਰੀਟਸ। ਤੇ ਉਹਨਾਂ ਤੋਂ ਕੀ ਬਣੇਗਾ, ਇਨਆਰਗੈਨਿਕ ਮਟੀਰੀਅਲ, ਨਿਊਟ੍ਰੀਐਂਟਸ ਬਣਨਗੇ। ਸਿੰਪਲ ਭਾਸ਼ਾ ਦੇ ਵਿੱਚ ਦਿਖ ਰਿਹਾ ਨਾ, ਵੇਟ ਅ ਮਿੰਟ, ਠੀਕ ਹੈ। ਤਾਂ ਇਨਆਰਗੈਨਿਕ ਮਟੀਰੀਅਲ ਬਣੇਗਾ ਜਾਂ ਇਨਆਰਗੈਨਿਕ ਨਿਊਟ੍ਰੀਐਂਟਸ ਬਣਨਗੇ। ਤਾਂ ਉਹਨੂੰ ਆਪਾਂ ਕੀ ਨਾਮ ਦੇ ਦਾਂਗੇ, ਉਹ ਆਪਣੇ ਕੋਲ ਹੈ ਜੀ ਠੀਕ ਹੈ। ਹੁਣ ਇੱਕ ਹੋ ਗਿਆ ਕੈਟਾਬੋਲਿਜ਼ਮ, ਕੈਟਾਬੋਲਿਜ਼ਮ ਤੋਂ ਬਾਅਦ ਆਏਗਾ ਆਪਣੇ ਕੋਲ ਲੀਚਿੰਗ। ਇੱਥੇ ਨਾਲ ਹੀ ਲਿਖਦੇ ਆ ਆਪਾਂ, ਜਿਹੜੇ ਸੋਲਿਊਬਲ ਸਬਸਟੈਂਸਸ ਬਣਦੇ ਹੈ ਆਪਣੇ formed by decomposition, है ना, कैटाबोलिज्म हो गया, ਉਹ ਆਪਣੇ ਸੋਇਲ ਦੇ ਵਿੱਚ ਚਲੇ ਜਾਣਗੇ ਪਾਣੀ ਦੇ ਥਰੂ। So passage in the depth of soil, water by percolating water, ਪਾਣੀ ਜਿਵੇਂ ਸੀਪਦਾ ਨਾ, ਆਪਾਂ ਕਹਿੰਦੇ ਆ ਸੀਪ ਕੇ ਚਲਾ ਗਿਆ, ਹੈ ਨਾ, ਉਵੇਂ ਹੀ ਜਿਹੜੇ ਸੋਲਿਊਬਲ ਸਬਸਟੈਂਸਸ ਹੁੰਦੇ ਹੈ ਪਾਣੀ ਦੇ ਨਾਲ ਕੀ ਹੈ ਜ਼ਮੀਨ ਦੇ ਥੱਲੇ ਹੀ ਚਲੇ ਜਾਂਦੇ ਹੈ, ਉਹਨੂੰ ਆਪਾਂ ਕੀ ਬੋਲਾਂਗੇ, ਲੀਚਿੰਗ। ਤਾਂ ਦੇਖੋ ਹੋਇਆ ਕੀ ਹੈ, ਪਹਿਲਾਂ ਆਪਣੇ ਕੋਲ ਕੀ ਹੋਇਆ ਸੀਗਾ, ਡੈਟਰੀਵੋਰਸ ਨੇ ਲਾਰਜਰ ਫ੍ਰੈਗਮੈਂਟਸ ਨੂੰ, ਜਿਵੇਂ ਸਪੋਜ਼ ਕਰ ਲਓ ਇੱਕ ਪੱਤਾ ਡਿੱਗਿਆ ਹੈ, ਉਸ ਪੱਤੇ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜਤਾ, ਆ ਦੇਖ ਲਓ, ਹੈ ਨਾ, ਪੱਤੇ ਨੂੰ ਤੋੜਿਆ ਹੈ, ਹੱਲੇ ਉਹਦਾ ਜਿਹੜਾ ਕੈਮੀਕਲ ਕੰਪੋਜੀਸ਼ਨ ਸੀ ਉੱਥੇ ਕਿਤੇ ਵੀ ਤਰ੍ਹਾਂ ਦਾ ਆਪਣੇ ਕੋਲ ਡੀਕੰਪੋਜੀਸ਼ਨ ਨਹੀਂ ਹੋਇਆ, ਹੈ ਨਾ। ਫਿਰ ਇਹਨੂੰ ਛੋਟੇ ਛੋਟੇ ਟੁਕੜਿਆਂ ਨੂੰ ਕੈਮੀਕਲੀ ਬ੍ਰੇਕਡਾਊਨ ਕੀਤਾ ਗਿਆ ਵਿਦ ਦਾ ਹੈਲਪ ਆਫ ਅ ਪ੍ਰੋਸੈਸ ਦੈਟ ਇਜ਼ ਨੋਨ ਐਸ ਕੈਟਾਬੋਲਿਜ਼ਮ, ਐਂਡ ਜਿਹੜੇ ਸੋਲਿਊਬਲ ਨਿਊਟ੍ਰੀਐਂਟਸ ਹੈਗੇ ਆਪਣੇ ਸੋਲਿਊਬਲ ਸਬਸਟੈਂਸਸ ਹੋਣਗੇ, ਉਹ ਪਾਣੀ ਦੇ ਰਾਹੀਂ ਆਪਣੇ ਕੋਲ ਕੀ ਕਰਨਗੇ, ਧਰਤੀ ਦੇ ਅੰਦਰ ਚਲੇ ਜਾਣਗੇ, ਠੀਕ ਹੈ। ਇਹਦੇ ਨਾਲ ਨਾ ਆਪਣੇ ਇੱਕ ਇੰਪੋਰਟੈਂਟ ਕਨਸੈਪਟ ਵੀ ਆਉਂਦਾ ਹੈ ਸੋਇਲ ਦੀ ਐਸਿਡਿਟੀ ਦੇ ਉੱਪਰ, ਸੇਮ ਦੇ ਉੱਪਰ, ਲੇਕਿਨ ਹਲੇ ਫਿਲਹਾਲ ਆਪਾਂ ਡਿਸਕਸ ਨਹੀਂ ਕਰਾਂਗੇ ਉਹ। ਤਾਂ ਲੀਚਿੰਗ ਦਾ ਮਤਲਬ ਹੀ ਆਪਣੇ ਕੋਲ ਕੀ ਹੁੰਦਾ ਹੈ ਜੀ, ਧੋਣਾ ਕਿਸੇ ਚੀਜ਼ ਨੂੰ ਜਾਂ ਨਿਚੋੜਨਾ। ਜਿਵੇਂ ਤੁਸੀਂ ਐਜ਼ਿਊਮ ਕਰੋ ਤੁਹਾਡੇ ਕੋਲ ਇੱਕ ਸਪੰਜ ਹੈਗੀ ਹੈ, ਸਪੰਜ ਨੂੰ ਤੁਸੀਂ ਕੀ ਹੈ ਆਪਦੀ ਬਰਤਨ ਵਾਲੀ ਇੱਕ ਟੋਕਰੀ ਲਗਾਈ ਹੋਈ ਹੈ ਜਿਹਦੇ ਵਿੱਚ ਤੁਸੀਂ ਲਿਕੁਇਡ ਪਾਉਂਦੇ ਹੋ, ਹਨਾ। ਉਸ ਲਿਕੁਇਡ ਦੇ ਵਿੱਚ ਤੁਸੀਂ ਉਸ ਸਪੰਜ ਨੂੰ ਰੱਖਤਾ, ਥੋੜੀ ਦੇਰ ਬਾਅਦ ਤੁਸੀਂ ਕੀ ਕਰੋਗੇ, ਉਸ ਸਪੰਜ ਨੂੰ ਚੱਕੋਗੇ ਤੇ ਸਪੰਜ ਨੂੰ ਨਿਚੋੜ ਲੋਗੇ, ਜਿੰਨਾ ਵੀ ਲਿਕੁਇਡ ਹੈ ਉਹ ਸਾਰਾ ਥੱਲੇ ਆ ਜਾਏਗਾ, है ना। ਤਾਂ ਉਹ ਉਸੇ ਤਰ੍ਹਾਂ ਹੀ ਆਪਣੇ ਕੋਲ ਕੀ ਹੁੰਦਾ ਹੈ, ਇੱਕ ਹੋਰ ਤੁਸੀਂ ਸਿਮਿਲਰ ਐਗਜ਼ਾਮਪਲ ਲੈ ਕੇ ਚੱਲ ਸਕਦੇ ਹੋ ਵੀ ਇੱਥੇ ਬੇਸਿਕਲੀ ਆਪਾਂ ਕੀ ਦੇਖਦੇ ਹੁੰਨੇ ਆ, ਸਪੋਜ਼ ਕਰ ਲਓ ਬਾਰਿਸ਼ ਪਈ, ਬਹੁਤ ਬਾਰਿਸ਼ ਪੈ ਰਹੀ ਹੈ ਤੇ ਬਾਰਿਸ਼ ਦਾ ਪਾਣੀ ਆਪਦੇ ਅੰਦਰ ਜਿਹੜੇ ਸੋਇਲ ਦੀ ਉੱਪਰ ਵਾਲੀ ਲੇਅਰ ਹੈ ਉਹਦੇ ਨਾਲ ਨਾਲ ਕੀ ਲੈ ਕੇ ਜਾ ਰਿਹਾ ਹੈ, ਨਾਈਟ੍ਰੋਜਨ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਨਾਲ ਨਾਲ ਥੱਲੇ ਲੈ ਕੇ ਜਾ ਰਿਹਾ ਹੈ, ਜਿਹਦੇ ਨਾਲ ਉੱਪਰ ਵਾਲੀ ਜਿਹੜੀ ਲੇਅਰ ਹੈ ਉਹ ਡੀਗ੍ਰੇਡ ਹੋ ਰਹੀ ਹੈ, ਨਿਊਟ੍ਰੀਐਂਟਸ ਦੀ ਕਮੀ ਹੋ ਰਹੀ ਹੈ, ਤੇ ਥੱਲੇ ਜਿਹੜੇ ਨਿਊਟ੍ਰੀਐਂਟਸ ਉਹ ਬਹੁਤ ਜ਼ਿਆਦਾ ਲੈਵਲ ਤੇ ਲੀਚ ਕਰ ਰਹੇ ਹੈ, ਹੈਨਾ। ਤਾਂ ਇਹਨੂੰ ਹੀ ਆਪਾਂ ਬੋਲਦੇ ਹਾਂ ਦੈਟ ਇਜ਼ ਲੀਚਿੰਗ। ਸੋਲਿਊਬਲ ਸਬਸਟੈਂਸਸ ਪਾਣੀ ਦੇ ਨਾਲ ਕੀ ਹੈ ਜ਼ਮੀਨ ਦੇ ਅੰਦਰ ਡੈਪਥ ਦੇ ਵਿੱਚ ਚਲੇ ਜਾਂਦੇ। ਬੋਲੋ ਵੀ ਇੰਨੀ ਗੱਲ ਕਲੀਅਰ ਹੋਈ। ਇਹ ਸਾਰੇ ਤਿੰਨੋਂ ਸਟੈਪ ਇਕੱਠੇ ਹੋਣਗੇ, ਤੁਹਾਡਾ ਫ੍ਰੈਗਮੈਂਟੇਸ਼ਨ ਹੋ ਗਿਆ, ਤੁਹਾਡਾ ਲੀਚਿੰਗ ਹੋ ਗਿਆ, ਤੁਹਾਡਾ ਕੈਟਾਬੋਲਿਜ਼ਮ ਹੋ ਗਿਆ। ਤੇ ਇਹਦਾ ਜਿਹੜਾ ਰਿਜ਼ਲਟ ਹੈ, ਹੁਣ ਦੇਖੋ ਇਨਆਰਗੈਨਿਕ ਨਿਊਟ੍ਰੀਐਂਟਸ ਆਪਣੀ ਸੋਇਲ ਦੇ ਵਿੱਚ ਡਿਪੋਜ਼ਿਟ ਹੋ ਰਹੇ ਆ, ਤਾਂ ਫਿਰ ਇਹਨਾਂ ਦਾ ਰਿਜ਼ਲਟ ਕੀ ਹੋਏਗਾ ਆਪਣੇ ਕੋਲ, ਹਿਊਮਿਫਿਕੇਸ਼ਨ ਤੇ ਮਿਨਰਲਾਈਜੇਸ਼ਨ, ਠੀਕ ਹੈ। ਸੋ ਚੌਥਾ ਸਟੈਪ ਹੈ ਜੀ ਆਪਣੇ ਕੋਲ ਹਿਊਮਿਫਿਕੇਸ਼ਨ, ਹਿਊਮਸ ਦਾ ਬਣਨਾ। ਹਿਊਮਸ ਆਪਣੇ ਕੋਲ ਇੱਕ ਅਮੋਰਫਸ ਬਲੈਕ ਕਲਰ ਦਾ ਮਟੀਰੀਅਲ ਹੁੰਦਾ ਹੈ ਜੋ ਸੋਇਲ ਨੂੰ ਫਰਟੀਲਿਟੀ ਪ੍ਰੋਵਾਈਡ ਕਰਦਾ ਹੈ। ਇਹਦੇ ਵਿੱਚ ਨਿਊਟ੍ਰੀਐਂਟਸ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੁੰਦੇ ਹੈ। ਜਿਹੜੀ ਸੋਇਲ ਦੇ ਵਿੱਚ ਹਿਊਮਸ ਕੰਟੈਂਟ ਜ਼ਿਆਦਾ ਹੋਏਗਾ ਉਹ ਬੈਟਰ ਕੁਆਲਿਟੀ ਆਪਣੀ ਜਿਹੜੀ ਪਲਾਂਟ ਹੈ ਉਹਨੂੰ ਪ੍ਰੋਡਿਊਸ ਕਰ ਸਕੇਗਾ, ਕਿਉਂਕਿ ਹਿਊਮਸ ਨੇ ਕਰਨਾ ਕੀ ਹੈ, ਇੱਕ ਤਾਂ ਆਪਣੇ ਹੋਲਡ ਕਰਕੇ ਰੱਖਣਾ ਹੈ ਪਲਾਂਟ ਨੂੰ, ਪਲੱਸ ਦੂਸਰੀ ਗੱਲ ਅਗਰ ਆਪਾਂ ਗੱਲ ਕਰੀਏ ਈਅਰੇਸ਼ਨ ਪ੍ਰੋਵਾਈਡ ਕਰਨੀ ਹੈ। ਜਦੋਂ ਬੈਟਰ ਏਰੇਸ਼ਨ ਹੋਏਗੀ ਆਪਣੀ ਜ਼ਮੀਨ ਦੇ ਵਿੱਚ ਤੇ ਅਲਟੀਮੇਟਲੀ ਪਲਾਂਟ ਦੀ ਜਿਹੜੀ ਗਰੋਥ ਹੈ ਉਹ ਜ਼ਿਆਦਾ ਅੱਛੀ ਹੋਏਗੀ।
ਠੀਕ ਹੈ। ਤੇ ਲਾਸਟ ਦੇ ਵਿੱਚ ਮਿਨਰਲਸ ਨੂੰ ਸੋਇਲ ਦੇ ਵਿੱਚ ਮਿਲਾਇਆ ਜਾਂਦਾ ਹੈ, ਸੋ ਦੈਟ ਇਜ਼ ਨੋਨ ਐਸ ਮਿਨਰਲਾਈਜੇਸ਼ਨ। ਬਸ ਕੋਈ ਲੰਬੀ ਚੌੜੀ ਗੱਲ ਨਹੀਂ ਹੈ ਇਹਦੇ ਵਿੱਚ। ਤਾਂ ਦੇਖੋ ਆਪਾਂ ਆਪਣੀ ਪੀਡੀਐਫ ਤੋਂ ਦੇਖ ਲੈਂਦੇ ਹਾਂ, ਆਪਣੀ ਪੀਡੀਐਫ ਆਪਾਂ ਨੂੰ ਕੀ ਕਹਿੰਦੀ ਹੈ। ਸੋ ਡੀਕੰਪੋਜੀਸ਼ਨ ਬ੍ਰੇਕਡਾਊਨ ਹੁੰਦਾ ਹੈ ਕੰਪਲੈਕਸ ਆਰਗੈਨਿਕ ਮੈਟਰ ਦਾ ਡੀਕੰਪੋਜ਼ਰ ਦੇ ਦੁਆਰਾ, ਤੇ ਉਹਦੇ ਨਾਲ ਬਣਦਾ ਕੀ ਹੈ, ਇਨਆਰਗੈਨਿਕ ਸਬਸਟੈਂसेस ਬਣਦੇ ਹੈ, ਲਾਈਕ ਵਾਟਰ ਹੋ ਗਿਆ, CO2 ਹੋ ਗਿਆ ਤੇ ਨਿਊਟ੍ਰੀਐਂਟਸ ਹੋ ਗਏ। ऑक्सीजन रिक्वायरिंग प्रोसेस है, अगर ऑक्सीजन नहीं होएगी डिकम्पोजिशन नहीं होएगा। डिकम्पोजिशन करने वास्ते जिहड़ा मटीरियल चाहिदा है दैट इज डेट्रिटस, जिवें डेड प्लांट रिमेन्स, लीव्स हो गया, बार्क हो गया, फ्लावर्स हो गए, एनिमल्स, फीकल मैटर, है ना, आह सारा दा सारा की होएगा डेट्रिटस। क्लियर है जी। स्टेप हुंदे हैं फ्रैगमेंटेशन, फिर लेके चलो हमें मिले, लीचिंग, कैटाबॉलिज्म, ह्यूमिफिकेशन एंड मिनरलाइजेशन। फ्रैगमेंटेशन डेट्रिटस ਨੂੰ ਛੋਟੇ ਪਾਰਟੀਕਲ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਬਾਈ ਡੈਟਰੀਵੋਰਸ, ਐਗਜ਼ਾਮਪਲ ਹੈ ਅਰਥਵਰਮ। ਲੀਚਿੰਗ, water soluble inorganic nutrients go down into the soil horizon and precipitate as unavailable salt। ठीक हो गया। थर्ड है जी degradation of detritus into simple inorganic substances by bacterial and fungal enzyme। ठीक है, तो कैटाबोलिज्म डेफिनेटली एंजाइमेटिक एक्शन ਦੇ ਨਾਲ ਹੋਏਗਾ, ਬੈਕਟੀਰੀਆ ਤੇ ਫੰਗਸ ਆਪਦੇ ਐਂਜ਼ਾਈਮਸ ਰਿਲੀਜ਼ ਕਰਨਗੇ, ਹੈ ਨਾ, ਤੇ ਅਲਟੀਮੇਟਲੀ ਕੈਟਾਬੋਲਿਜ਼ਮ ਹੋਏਗਾ। ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਹੁਣ ਇੱਥੇ ਸਮਝੀਏ ਫ੍ਰੈਗਮੈਂਟੇਸ਼ਨ, ਲਾਰਜਰ ਪਾਰਟੀਕਲ ਡੈਟ੍ਰਿਟਸ ਨੂੰ ਛੋਟੇ ਛੋਟੇ ਪਾਰਟੀਕਲ ਦੇ ਵਿੱਚ ਕਨਵਰਟ ਕੀਤਾ ਫਿਜ਼ੀਕਲੀ, ਫਿਰ ਉਹਦੀ ਕੈਮੀਕਲ ਬ੍ਰੇਕਡਾਊਨ ਹੋਏਗੀ ਤਾਂ ਡੈਫੀਨਿਟਲੀ ਕਿਹੜਾ ਸਟੈਪ ਆਏਗਾ, ਕੈਟਾਬੋਲਿਜ਼ਮ। ਲੇਕਿਨ ਆਪਾਂ ਉਹਦੀ ਸੀਕੁਐਂਸ ਨੂੰ ਐਵੇਂ ਹੀ ਯਾਦ ਕਰਨਾ। So fragmentation, leaching and catabolism occurs simultaneously, ਇਕੱਠੇ ਹੁੰਦੇ ਆ। ਉਸ ਤੋਂ ਬਾਅਦ ਹਿਊਮਿਫਿਕੇਸ਼ਨ, ਹਿਊਮਸ ਦੀ ਐਕੂਮੂਲੇਸ਼ਨ, ਆ ਦੇਖੋ ਤੁਹਾਨੂੰ ਕਾਲਾ ਸੋਨਾ ਬੋਲਦੇ ਹਾਂ ਆਪਾਂ, ਬਲੈਕ ਗੋਲਡ, ਜ਼ਮੀਨ ਦੇ ਵਿੱਚ ਹਿਊਮਸ ਨੂੰ, ਕਿਉਂਕਿ ਸੋਇਲ ਦੀ ਫਰਟੀਲਿਟੀ ਨੂੰ ਐਨਹਾਂਸ ਕਰਦਾ ਹੈ। ਡਾਰਕ ਐਮੋਰਫਸ ਸਬਸਟੈਂਸ ਸੋਇਲ ਦੇ ਵਿੱਚ, ਇਟ ਇਜ਼ ਰੈਜ਼ਿਸਟੈਂਸ ਟੂ ਮਾਈਕਰੋਬੀਅਲ ਐਕਸ਼ਨ ਐਂਡ ਸੋ ਡੀਕੰਪੋਜ਼ਸ ਵੈਰੀ ਸਲੋਲੀ। ठीक है, so being colloidal in nature it serves as a reservoir of nutrients, ਤੇ nutrients ਬਹੁਤ ਜ਼ਿਆਦਾ ਲੈਵਲ ਤੇ ਹੁੰਦੇ। mineralization is the release of inorganic nutrients due to the degradation of humus by some microbes। ਤਾਂ ਮਾਈਕਰੋਬਸ ਕੀ ਕਰਨਗੇ, ਉਸ ਹਿਊਮਸ ਨੂੰ ਡੀਗਰੇਡ ਕਰਨਗੇ, ਉਹਨਾਂ ਤੋਂ ਮਿਨਰਲਸ ਨੂੰ ਜ਼ਮੀਨ ਦੇ ਵਿੱਚ ਡਿਪੋਜ਼ਿਟ ਕਰਵਾਉਣਗੇ। ਯਾਨੀ ਡਿਪੋਜ਼ਿਟ ਕਰਨ ਦਾ ਮਤਲਬ ਹੈ ਜ਼ਮੀਨ ਨੂੰ ਦੁਬਾਰਾ ਮਿਲ ਜਾਣਗੇ, ਕਿਉਂਕਿ ਪਲਾਂਟ ਦੇ ਫਾਰਮ ਦੇ ਵਿੱਚ ਨਿਊਟ੍ਰੀਐਂਟਸ ਐਬਜ਼ੌਰਬ ਹੋ ਕੇ ਜ਼ਮੀਨ ਤੋਂ ਗਏ ਸੀ, ਜ਼ਮੀਨ ਦੇ ਵਿੱਚ ਦੁਬਾਰਾ ਮਿਲ ਜਾਣਗੇ, ਜਿਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਮਿਨਰਲਾਈਜੇਸ਼ਨ। ਠੀਕ ਹੈ, ਸੋ ਆਹ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਹੈ ਆਪਣੀ ਡੀਕੰਪੋਜੀਸ਼ਨ। ਠੀਕ ਹੈ, ਤਾਂ ਇੰਨਾ ਹੀ ਕਰਾਂਗੇ ਅੱਜ ਆਪਾਂ। ਅਗਲੀ ਕਲਾਸ ਦੇ ਵਿੱਚ ਦੇਖਾਂਗੇ ਇਹੋ ਜਿਹੇ ਕਿਹੜੇ-ਕਿਹੜੇ ਫੈਕਟਰ ਹੁੰਦੇ ਹੈ ਜੋ ਆਪਣੀ ਡੀਕੰਪੋਜੀਸ਼ਨ ਨੂੰ ਇਨਫਲੂਐਂਸ ਕਰਦੇ ਹੈ, ਤੇ ਨਾਲ ਹੀ ਆਪਾਂ ਦੇਖਾਂਗੇ એનર્ਜੀ ਫਲੋ ਦਾ ਕਨਸੈਪਟ। ਠੀਕ ਹੈ, ਅੱਜ ਸੈਸ਼ਨ ਇੰਨਾ ਹੀ ਰੱਖਾਂਗੇ ਆਪਾਂ। बोलो भी, समझ आया? कोई दिक्कत, कोई परेशानी इत्थे तक तो नहीं चके? बोलो भी। ठीक है जी, फिर मिलते हाँ नैक्सट सैशन दे विच। रिवाइज कर लियो सारिया चीज़ां। थैंक यू सो मच एंड ऑल दी बेस्ट। तो अगर लैक्चर देखो कमेंट बॉक्स दे विच मैंशन कर दिया करो भाई, मैं रोज़ रोज़ कहना हाँ किवें दा लग्या थानू ये लैक्चर। ते कोई भी डाउट है तो मैंशन जरूर कर दिया करो कमेंट बॉक्स दे विच। चलो ठीक है जी, फिर मिलते हैं अपन नेक्स्ट सेशन दे विच। थैंक यू सो मच एंड ऑल दी बेस्ट।